कहो टल गुर सेवियै अहनस सहज सुबाए। दर्शन परसै गुरु कै जन्म मरण दुख जाए। होवै सिफत खसम दी नूर अरसों कुरसों चट्टीऐ। तुध डिठे सच्चे पाते साहो मल जन्म जन्म दी कटी है। तुध डिठे सच्चे पाते साहो मल जन्म जन्म दी कटी है। सतनाम श्री वाहिगुरु साहिब जी। तनासरी महला पंजवा। वड्डे वड्डे राजन यार भूमना ताके तृष्ण ना बूझी। लपट रहे माया रंग माते लोचन कछु ना सूझी। वड्डे वड्डे राजन यार भूमना ताके तृष्ण ना बूझी। लपट रहे माया रंग माते लोचन कछु ना सूझी। बिखया मह किन्हीं तृप्त ना पाई। ज्यों पावक ईदन नहीं त्रापै बिन हर कहा अगाई। रहाऊ दिन दिन करत भोजन बहु बिंजना ताकि मिटै ना भूखा। उद्यम करै स्वान की न्यायी चारे कुंटा कोखा। कामवंत कामी बहु नारी पर ग्रह जोह ना चूकै। दिन प्रत करै करै पछुतापै सोग लोभ मह सूकै। हर हर नाम अपार अमोला अमृत एक निधाना। सुख सहज आनंद संतन का नानक गुर ते जाना। हर हर नाम अपार अमोला अमृत एक निधाना। सुख सहज आनंद संतन का नानक गुर ते जाना। वाहिगुरु जी का खालसा वाहिगुरु जी की फतेह। परम सत्कारयोग जुग जुग अटल साहिब सतगुरु श्री गुरु ग्रंथ साहिब महाराज जी की पावन और पवित्र हजूरी अंदर बड़े ही अदब अते सत्कार सहित सचखंड श्री हरमंदर साहिब जी तो आए हुए मुख वाक की विचार सरवण करने वास्ते हाजरियां भर रही गुरु की साजी निवाजी साध संगत अते PTC चैनल के माध्यम राही देशों विदेशों में बैठ के जितनी भी संगत सरवण कर रही है, असी सारे ही वडभागे हाँ जो सतगुरु महाराज ने साडे ते तरस करके अपनी पावन पवित्र गोद विच बिठाया है। सो आओ साध संगत गुरमत विचारां दी आरंभता करन तो पहला एक बार सारी संगत रसना नूं पवित्र करो, असीस रूप विच फतेह नाल सांझ पाओ ते गज के आखो जी वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਦੀ ਵਿਚਾਰ ਤੋਂ ਪਹਿਲਾਂ ਕੁਝ ਕੁ ਸ਼ਬਦ ਮੈਂ ਅੱਜ ਦੇ ਦਿਨ ਦੇ ਸੰਬੰਧ ਵਿੱਚ ਆਪ ਜੀ ਨਾਲ ਸਾਂਝੇ ਕਰਨੇ ਚਾਹੁੰਦਾ। ਭਾਰਤ ਦੇਸ਼ ਅੱਜ ਆਪਣੀ ਆਜ਼ਾਦੀ ਦਾ 75ਵਾਂ ਸਾਲ ਮਨਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਵੀ ਆਜ਼ਾਦੀ ਦੀ ਗੱਲ ਹੈ। ਗੁਲਾਮੀ ਨੂੰ ਬਹੁਤ ਬਦਤਰ ਕਿਹਾ ਗਿਆ ਹੈ। ਬਾਬਾ ਫਰੀਦ ਜੀ ਆਜ਼ਾਦੀ ਦੀ ਗੱਲ ਕਰਦਿਆਂ ਹੀ ਕਹਿੰਦੇ ਨੇ ਕਿ ਵਾਹਿਗੁਰੂ, ਜੇਕਰ ਕਿਤੇ ਮੈਨੂੰ ਜ਼ਿੰਦਗੀ 'ਚ ਕਿਸੇ ਵਸਤੂ ਦੀ ਲੋੜ ਪਵੇ ਤੇ ਮੈਨੂੰ ਤੇਰਾ ਦਰ ਛੱਡ ਕੇ, ਰੱਬ ਦਾ ਦਰ ਛੱਡ ਕੇ ਕਿਸੇ ਬਗਾਨੇ ਦੇ ਦਰ ਤੇ ਬਹਿਣਾ ਪਵੇ ਨਾ, ਉੱਥੇ ਜਾ ਕੇ ਠੋਕਰਾਂ ਖਾਣੀਆਂ ਪੈਣ, ਮੈਂ ਹੱਥ ਨਹੀਂ ਉਹ ਅੱਡ ਸਕਦਾ ਤੇਰੇ ਤੋਂ ਬਿਨਾਂ ਕਿਸੇ ਹੋਰ ਅੱਗੇ। ਮੈਂ ਇਸ ਗੁਲਾਮੀ ਨੂੰ ਪ੍ਰਵਾਨ ਨਹੀਂ ਕਰਾਂਗਾ। ਇਹਦੇ ਤੋਂ ਪਹਿਲਾਂ ਕਿ ਇਹ ਸਮਾਂ ਆਵੇ, ਮੇਰੇ ਇਸ ਸਰੀਰ ਦੇ ਵਿੱਚੋਂ ਜਿੰਦ ਤਾਂ ਕੱਢ ਲਈ, ਪਰ ਇਹ ਸਮਾਂ ਨਾ ਮੇਰੇ ਤੇ ਆਉਣ ਦਈ ਵੀ ਮੈਨੂੰ ਕਿਸੇ ਹੋਰ ਦੇ ਬੂਹੇ ਤੇ ਜਾ ਕੇ ਬਹਿਣਾ ਪਵੇ, ਗੁਲਾਮ ਬਣਨਾ ਪਵੇ। ਫਰੀਦਾ ਬਾਰ ਪਰਾਇਆ ਬੈਸਣਾ, ਸਾਈਂ ਮੁਝੈ ਨਾ ਦੇਹ, ਜੇ ਤੂੰ ਏਵੈ ਰਖਸੀ ਜਿਉ ਸਰੀਰੋਂ ਲੇਹ। ਭਾਰਤ ਦੇਸ਼ ਦੇ ਅੰਦਰ ਸਦੀਆਂ ਤੋਂ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਤੇ ਸਿੱਖਾਂ ਨੇ ਵੀ ਇਸ ਦੇਸ਼ ਦੀ ਰੱਖਿਆ ਕੀਤੀ ਹੈ ਬਾਹਰੀ ਹਮਲਾਵਰਾਂ ਤੋਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਉਹਨਾਂ ਨੇ ਵੇਖਿਆ ਨਾ ਵੀ ਹਿੰਦੁਸਤਾਨ ਤੇ ਹਮਲਾ ਕਰਕੇ ਬਾਬਰ ਨੇ ਬਹੁਤ ਤਬਾਹੀ ਮਚਾਈ ਹੈ, ਤੇ ਵੱਡੇ ਵੱਡੇ ਉਦੋਂ ਜਿਹੜੇ ਪੰਡਤ ਲੋਕ ਸਨ ਉਹਨਾਂ ਨੇ ਕਿਹਾ ਸੀ ਵੀ ਇਹਦੀਆਂ ਫੌਜਾਂ ਦਾ ਸਾਹਮਣਾ ਕਰਨ ਦੀ ਲੋੜ ਨਹੀਂ, ਅਸੀਂ ਮੰਤਰ ਹੀ ਇਹੋ ਜਿਹੇ ਪੜਾਂਗੇ ਵੀ ਬਾਬਰ ਦੀਆਂ ਫੌਜਾਂ ਅੰਨੀਆਂ ਹੋ ਜਾਣਗੀਆਂ। ਪਰ ਬਾਬੇ ਨਾਨਕ ਨੇ ਉਸ ਵੇਲੇ ਦੇ ਹਿੰਦੁਸਤਾਨ ਦੇ ਹਾਲਾਤ ਵੇਖ ਕੇ ਗਰਜਵੀਂ ਆਵਾਜ਼ ਦੇ ਅੰਦਰ ਇਹ ਸ਼ਬਦ ਕਹੇ ਸਨ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ, ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਔਰ ਬਾਬੇ ਦੀ ਸਿੰਘ ਗਰਜ ਸੁਣ ਕੇ ਬਹੁਤ ਸਾਰੇ ਲੋਕਾਂ ਨੇ, ਸਿੱਖਾਂ ਨੇ ਉਸ ਵੇਲੇ ਜਿੱਦਾਂ ਦੇ ਵੀ ਸਾਧਨ ਸਨ ਬਾਬਰ ਦੀ ਫੌਜ ਦਾ ਮੁਕਾਬਲਾ ਕੀਤਾ ਹੈ। ਤੇ ਭਾਈ ਤਾਰੂ ਪੋਪਟ ਛੋਟੀ ਉਮਰ ਦੇ ਵਿੱਚ ਸਾਧ ਸੰਗਤ ਜੀ ਅੱਗ ਬੁਝਾਉਂਦਾ ਬੁਝਾਉਂਦਾ ਉਸ ਜੰਗ ਦੇ ਵਿੱਚ ਸ਼ਹੀਦ ਹੋ ਗਿਆ। ਸਮਾਂ ਆਪਣੀ ਚਾਲ ਚੱਲਦਾ ਗਿਆ। ਦਸਮ ਪਾਤਸ਼ਾਹ ਦੇ ਵੇਲੇ 5000 ਤੋਂ ਵੱਧ ਸਿੱਖ ਸ਼ਹੀਦ ਹੋਇਆ। ਉਹ ਬਾਹਰੀ ਤਾਕਤਾਂ ਦੇ ਨਾਲ ਲੜਦਿਆਂ ਹੋਇਆਂ 50,000 ਸਿੱਖ ਬਹਾਦਰ ਸ਼ਾਹ ਤੇ ਫਰਖਸੀਅਰ ਦੇ ਸਮੇਂ ਸ਼ਹੀਦ ਹੋਇਆ। ਮੁਗਲ ਕਾਲ ਵੇਲੇ ਤੇ ਕੋਈ ਅੰਤ ਹੀ ਨਹੀਂ ਵੀ ਕਿੰਨੇ ਕੁ ਸਿੱਖਾਂ ਨੇ ਸ਼ਹੀਦੀਆਂ ਦਿੱਤੀਆਂ ਨੇ। ਮੀਰ ਮੰਨੂ ਵੇਲੇ ਤੇ ਕਹਾਵਤ ਬਣ ਗਈ ਸੀ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਅਸੀਂ ਮਿਸਲਾਂ 'ਚ ਵੰਡੇ ਗਏ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਫਿਰ ਇੱਕ ਰਾਜ ਸਥਾਪਿਤ ਕੀਤਾ, ਜਿਸ ਸਿੱਖ ਰਾਜ ਦੀਆਂ ਅੱਜ ਵੀ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ। ਜਿਸ ਰਾਜ ਦੇ ਅੰਦਰ ਸਿੱਖ ਤਾਂ ਦੂਰ ਦੀ ਗੱਲ ਹੈ, ਇੱਕ ਵੀ ਗੈਰ ਸਿੱਖ ਨੂੰ ਖਾਲਸਾ ਜੀ ਕਿਤੇ ਫਾਂਸੀ ਦੀ ਸਜ਼ਾ ਨਹੀਂ ਸੁਣਾਈ। ਕੁੱਤੇ ਦੇ ਗਲ ਵਿੱਚ ਕੈਂਠਾ ਪਾ ਕੇ ਛੱਡ ਦਿੱਤਾ ਜਾਂਦਾ ਸੀ, ਤੇ ਕਿਸੇ ਬੰਦੇ ਦੇ ਅੰਦਰ ਜੁਰਤ ਨਹੀਂ ਸੀ ਵੀ ਉਹਦੇ ਕੁੱਤੇ ਦੇ ਗਲ ਦੇ ਅੰਦਰ ਉਹ ਕੈਂਠਾ ਉਤਾਰ ਲਵੇ। ਇਹਨੂੰ ਰਾਜ ਕਿਹਾ ਜਾਂਦਾ ਹੈ, ਜਿਹੜਾ ਆਪਣੇ ਬਜ਼ੁਰਗਾਂ ਨੇ ਕੀਤਾ। ਅੱਜ ਨਿਗਾਹ ਮਾਰ ਕੇ ਵੇਖੋ ਹਾਲਾਤ ਕਿੱਦਾਂ ਦੇ ਨੇ ਸਾਡੇ ਦੇਸ਼ ਦੇ ਅੰਦਰ। ਕੋਈ ਸਾਡੀ ਭੈਣ ਧੀ ਬੱਚੀ ਉਹ ਸ਼ਰੇਆਮ ਜਾਂਦੀ ਹੋਵੇ ਬਾਜ਼ਾਰ ਦੇ ਅੰਦਰ, ਝਪਟ ਮਾਰ ਕੇ ਅਗਲੇ ਜਿਹੜੇ ਨਸ਼ੇ ਦੇ ਆਦੀ ਨੌਜਵਾਨ ਨੇ ਜਾਂ ਹੋਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਵਿਅਕਤੀ ਇੱਥੇ ਫਿਰਦੇ ਨੇ, ਉਹ ਖੋਹ ਲੈਂਦੇ ਨੇ ਸਭ ਕੁਝ। ਅੱਜ ਤੱਕ ਵੀ ਸਮੇਂ ਦੀਆਂ ਸਰਕਾਰਾਂ ਦਾ ਕੋਈ ਕੰਟਰੋਲ ਨਹੀਂ। ਉਹ ਰਾਜ ਸੀ ਜਿਹੜਾ ਸ਼ੇਰੇ ਪੰਜਾਬ ਨੇ ਸਾਨੂੰ ਬਖਸ਼ਿਆ ਮਾਲਕ ਦੀ ਕਿਰਪਾ ਨਾਲ। ਸਮਾਂ ਆਪਣੀ ਚਾਲ ਚੱਲਿਆ। ਅੰਗਰੇਜ਼ਾਂ ਨੇ ਹਿੰਦੁਸਤਾਨ ਦੀ ਧਰਤੀ ਤੇ ਪੈਰ ਪਸਾਰਨੇ ਸ਼ੁਰੂ ਕੀਤੇ। ਈਸਟ ਇੰਡੀਆ ਕੰਪਨੀ ਰਾਹੀਂ ਵੈਸੇ 1608 ਈਸਵੀ ਨੂੰ ਇਹ ਭਾਰਤ 'ਚ ਪ੍ਰਵੇਸ਼ ਕਰ ਚੁੱਕੇ ਸਨ।
ਯਾਦ ਰੱਖਣਾ, ਪੰਜਾਬ ਨੂੰ ਸਭ ਤੋਂ ਬਾਅਦ ਵਿੱਚ ਇਹਨਾਂ ਨੇ ਗੁਲਾਮ ਕੀਤਾ ਹੈ। ਤੇ ਜਿਉਂਦਿਆਂ ਜੀ ਸਾਡੇ ਬਜ਼ੁਰਗਾਂ ਨੇ, ਜਿੰਨਾ ਚਿਰ ਉਹਨਾਂ 'ਚ ਸਾਹ ਸੱਤ ਸਨ, ਉਹਨਾਂ ਕਿਹਾ ਅਸੀਂ ਅੰਗਰੇਜ਼ਾਂ ਦੀ ਗੁਲਾਮੀ ਨੂੰ ਪ੍ਰਵਾਨ ਨਹੀਂ ਕਰਾਂਗੇ। 10 ਫਰਵਰੀ 1846 ਆਈ ਔਰ ਸਾਧ ਸੰਗਤ ਜੀ, ਅੰਗਰੇਜ਼ ਜਿਹੜੇ ਸੀ ਉਹ ਸਭਰਾਵਾਂ ਦੇ ਮੈਦਾਨ ਤੱਕ ਆ ਪਹੁੰਚੇ। ਮਹਾਰਾਣੀ ਜਿੰਦਾਂ ਨੇ ਚਿੱਠੀ ਲਿਖੀ ਤੇ ਸਿੱਖ ਰਾਜ ਦੇ ਬੁੱਢੇ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਆਪਣੇ ਪਿੰਡ ਤੋਂ ਤੁਰਨ ਲੱਗਿਆਂ ਆਪਣੀ ਜਿਹੜੀ ਕਿਰਪਾਨ ਸੀ ਉਹ ਮਿਆਨ ਚੋਂ ਬਾਹਰ ਕੱਢ ਕੇ ਨੰਗੀ ਸ਼ਮਸ਼ੀਰ ਲੈ ਕੇ ਸਭਰਾਵਾਂ ਦੇ ਮੈਦਾਨ ਵਿੱਚ ਆ ਕੇ ਉਤਾਰਾ ਕੀਤਾ। ਅੰਗਰੇਜ਼ ਵਿਦਵਾਨ ਮਿਸਟਰ ਕਨਿੰਗਮ ਲਿਖਦਾ ਹੈ, ਮੈਂ ਦੁਨੀਆ ਦਾ ਪਹਿਲਾ ਯੁੱਧ ਦੇਖ ਰਿਹਾ ਜਿਹੜਾ ਅੰਗਰੇਜ਼ਾਂ ਦੇ ਖਿਲਾਫ ਸਿੱਖ ਲੜਦੇ ਪਏ ਨੇ, ਜਿਹਦੇ ਵਿੱਚ ਇੱਕ ਪਾਸੇ ਤੋਪਾਂ ਨੇ, ਗੋਲੀ ਸਿੱਕਾ ਬਰੂਦ ਹੈ, ਤੇ ਦੂਜੇ ਪਾਸੇ ਸਿੱਖਾਂ ਕੋਲ ਕੇਵਲ ਕਿਰਪਾਨਾਂ ਨੇ, ਕਿਉਂਕਿ ਉੱਥੇ ਗਦਾਰੀਆਂ ਹੋਈਆਂ ਤੇ ਬਰੂਦ ਦੀ ਥਾਂ ਤੇ ਸਰੋਂ ਭਰ ਦਿੱਤੀ ਗਈ। ਪਰ ਸਿੱਖਾਂ ਦੇ ਹੌਸਲੇ ਫੇਰ ਵੀ ਵੇਖੋ। ਸ਼ਾਮ ਸੋਂ ਅਟਾਰੀ ਵਾਲਾ ਦੁਹਾਈ ਪਾਉਂਦਾ ਰਿਹਾ, ਸਿੱਖੋ ਜੇਕਰ ਪੰਜਾਬ ਅੰਗਰੇਜ਼ਾਂ ਦਾ ਗੁਲਾਮ ਹੋ ਗਿਆ, ਤੇ ਆਪਣੇ ਦਾੜੇ ਤੇ ਹੱਥ ਫੇਰ ਕੇ ਕਿਹਾ ਵੀ ਇਹਨਾਂ ਦਾੜਿਆਂ ਨਾਲ ਸਾਨੂੰ ਅੰਗਰੇਜ਼ਾਂ ਦੇ ਬੂਟ ਸਾਫ਼ ਕਰਨੇ ਪਿਆ ਕਰਨਗੇ। ਕਨਿੰਗਮ ਲਿਖਦਾ, ਮੈਂ ਆਪਣੀਆਂ ਅੱਖਾਂ ਨਾਲ ਤੱਕਿਆ, 10-10 ਸਿੱਖ ਸਿਰ ਜੋੜ ਕੇ ਤੋਪ ਦੇ ਗੋਲੇ ਵੱਲ ਮੂੰਹ ਕਰਕੇ ਭੱਜਦੇ ਆ ਤੇ ਸਲਾਹ ਕਰਦੇ ਆ ਵੀ ਸਾਡੇ ਚੋਂ ਸ਼ਹੀਦ ਹੋਣਗੇ, 2 ਹੋਣਗੇ, 4 ਹੋਣਗੇ, 5 ਹੋਣਗੇ, ਇੱਕ ਵੀ ਬਚ ਗਿਆ ਤੇ ਉਸ ਅੰਗਰੇਜ਼ ਤੋਪਚੀ ਦੀ ਖੈਰ ਨਹੀਂ ਜਿਹੜਾ ਤੋਪ 'ਚ ਗੋਲੇ ਪਾ ਕੇ ਸਾਡੇ ਭਰਾਵਾਂ ਵੱਲ ਛੱਡ ਰਿਹਾ। ਇੱਕ ਉਹਨੇ ਜ਼ਿਕਰ ਹੋਰ ਬੜਾ ਪਿਆਰਾ ਕੀਤਾ, ਕਹਿੰਦਾ ਜਦੋਂ ਸਿੱਖ ਉਹ ਜਿਹੜਾ ਯੁੱਧ ਸੀ ਉਹ ਹਾਰ ਗਏ ਨਾ, ਤੇ ਉਹਦੇ ਤੋਂ ਬਾਅਦ ਬਹੁਤ ਸਾਰੇ ਸਿੱਖ ਸਨ ਜਿਹੜੇ ਸਹਿਕਦੇ ਸਨ, ਤੜਫਦੇ ਸਨ। ਤੋਪ ਦਾ ਗੋਲਾ ਵੱਜ ਕੇ ਇੱਕ ਸਿੱਖ ਦੀ ਖੱਬੀ ਬਾਂਹ ਤੇ ਸੱਜੀ ਲੱਤ ਉੱਡੀ ਹੋਈ ਹੈ। ਉਹਨੂੰ ਕੋਲ ਆ ਕੇ ਹਲੂਣਿਆ ਗਿਆ ਤੇ ਕਿਹਾ ਵੀ ਆਪਣੇ ਹੱਥ 'ਚ ਜਿਹੜੀ ਤੂੰ ਕਿਰਪਾਨ ਫੜੀ ਏ ਛੱਡ ਦੇ, ਤੇਰੀ ਮਲਮ ਪੱਟੀ ਹੋਵੇਗੀ, ਤੂੰ ਬਚ ਜਾਵੇਂਗਾ, ਯੁੱਧ ਤੁਸੀਂ ਹਾਰ ਗਏ ਹੋ। ਜਜ਼ਬਾ ਵੇਖੋ ਲੜਨ ਦਾ, ਦੇਸ਼ ਦੇ ਦੁਸ਼ਮਣਾਂ ਦੇ ਖਿਲਾਫ। ਉਹ ਸਿੱਖ ਕਹਿੰਦਾ ਸਭਰਾਵਾਂ ਦੇ ਮੈਦਾਨ ਅੰਦਰ, ਕਹਿੰਦਾ ਇਦਾਂ ਨਾ ਕਹੋ ਵੀ ਇਹ ਹਥਿਆਰ ਛੱਡ ਦੇ, ਸ਼ਸਤਰ ਛੱਡ ਦੇ, ਇਹ ਮੈਂ ਆਪਣੇ ਹੱਥ 'ਚੋਂ ਓਨਾ ਚਿਰ ਨਹੀਂ ਛੱਡਾਂਗਾ ਜਿੰਨਾ ਚਿਰ ਮੈਨੂੰ ਮੇਰੇ ਪੰਥ ਦਾ ਹੁਕਮ ਨਹੀਂ ਹੁੰਦਾ। ਸਾਧ ਸੰਗਤ ਜੀ, ਕਿੱਡਾ ਜਜ਼ਬਾ ਹੋਏਗਾ। ਦੇਸਾਂ ਨੇ ਪੁੱਛਿਆ ਸੀ ਸ਼ਾਮ ਸਿੰਘ ਅਟਾਰੀ ਵਾਲੇ ਦੀ ਸਿੰਘਣੀ ਨੇ, ਅੱਜ ਸ਼ਮਸ਼ੀਰ ਨੰਗੀ ਲੈ ਕੇ ਚੱਲੇ ਹੋ ਅੰਗਰੇਜ਼ਾਂ ਨਾਲ ਲੜਨ ਵਾਸਤੇ। ਉਹਨੇ ਕਿਹਾ, ਦੇਖ ਜੇਕਰ ਤਾਂ ਮੈਂ ਜਿੱਤ ਕੇ ਆ ਗਿਆ ਤੇ ਇਸ ਮਿਆਨ 'ਚ ਕਿਰਪਾਨ ਪਾਵਾਂਗਾ, ਤੇ ਜੇ ਕਿਤੇ ਮੈਂ ਲੜਦਿਆਂ ਲੜਦਿਆਂ ਸ਼ਹੀਦ ਹੋ ਗਿਆ ਨਾ ਦੇਸ਼ ਦੇ ਦੁਸ਼ਮਣਾਂ ਦੇ ਖਿਲਾਫ, ਪੰਜਾਬ ਦੇ ਦੁਸ਼ਮਣਾਂ ਦੇ ਖਿਲਾਫ, ਤੇ ਇਹ ਖਾਲੀ ਮਿਆਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਦੀ ਰਹੇਗੀ ਕਿ ਅਸੀਂ ਗੁਲਾਮ ਹੋ ਚੁੱਕੇ ਹਾਂ ਤੇ ਇਹਦੇ 'ਚ ਕਿਰਪਾਨ ਪਾਉਣ ਦੀ ਜ਼ਿੰਮੇਵਾਰੀ ਤੁਹਾਡੀ ਹੈ, ਜੰਗ ਜਿੱਤ ਕੇ ਆਜ਼ਾਦ ਹੋ ਕੇ। ਸਾਧ ਸੰਗਤ ਜੀ, ਹੁਣ ਵੇਖੋ ਵੀ ਅੰਗਰੇਜ਼ ਪੰਜਾਬ ਦੀ ਧਰਤੀ ਤੇ ਪ੍ਰਵੇਸ਼ ਕਰ ਜਾਂਦੇ ਆ, ਸਿੱਖ ਟਿਕ ਕੇ ਨਹੀਂ ਬਹਿੰਦੇ। ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ। ਜਦੋਂ ਤੁਸੀਂ ਆਜ਼ਾਦੀ 'ਚ ਯੋਗਦਾਨ ਨੂੰ ਪੜ੍ਹੋਗੇ, ਸਰਦਾਰ ਚਤਰ ਸਿੰਘ ਵਰਗੇ, ਸਰਦਾਰ ਸ਼ੇਰ ਸਿੰਘ ਵਰਗੇ ਉਹ ਯੋਧੇ ਚੇਲਿਆਂ ਵਾਲੇ ਦੀ ਲੜਾਈ ਲੜਦੇ ਨੇ, ਮੁਲਤਾਨ ਦੀ ਲੜਾਈ ਲੜਦੇ ਨੇ, ਮਰਦੇ ਦਮ ਤੱਕ ਭਾਈ ਮਹਾਰਾਜ ਸਿੰਘ ਵਰਗੇ ਉਹ ਲਾਮਬੰਦ ਕਰਕੇ ਸਿੱਖਾਂ ਨੂੰ ਅੰਗਰੇਜ਼ਾਂ ਦੇ ਖਿਲਾਫ ਪੂਰੀ ਫੌਜ ਖੜੀ ਕਰਨ ਦਾ ਯਤਨ ਕਰਦੇ ਨੇ। ਇਹ ਤੁਹਾਡਾ ਉਹ ਵਿਸਰਿਆ ਜਰਨੈਲ ਹੈ ਭਾਈ ਮਹਾਰਾਜ ਸਿੰਘ, ਜਿਹਨੂੰ ਅੰਗਰੇਜ਼ਾਂ ਨੇ ਇੱਥੋਂ ਗ੍ਰਿਫਤਾਰ ਕਰਕੇ ਸਿੰਗਾਪੁਰ ਸ਼ਿਫਟ ਕਰ ਦਿੱਤਾ ਸੀ। ਤੇ ਜਦੋਂ ਉੱਥੇ ਉਹਨਾਂ ਨੇ ਜੇਲ੍ਹ ਵਿੱਚ ਬਾਣੀ ਪੜ੍ਹਨੀ ਸ਼ੁਰੂ ਕੀਤੀ ਤੇ ਆਚਰਨ ਦੇ ਬਹੇਵ ਤੇ ਸਿੰਗਾਪੁਰ ਦੇ ਅੰਗਰੇਜ਼ ਇੰਡੀਆ ਦੇ ਅੰਗਰੇਜ਼ਾਂ ਨੂੰ ਇੱਕ ਲੈਟਰ ਲਿਖਦੇ ਨੇ ਕਿ ਸਾਡੇ ਕੋਲ ਜਿਹੜਾ ਭਾਈ ਮਹਾਰਾਜ ਸਿੰਘ ਨਾਂ ਦਾ ਕੈਦੀ ਹੈ, ਇਹਦਾ ਜੀਵਨ ਬੜਾ ਵਧੀਆ ਹੈ, ਅਸੀਂ ਚਾਹੁੰਦੇ ਹਾਂ ਇਹਨੂੰ ਛੱਡ ਦਈਏ ਤਰਸ ਦੇ ਆਧਾਰ ਤੇ। ਇਧਰਲੇ ਅੰਗਰੇਜ਼ਾਂ ਨੇ ਉਹਨਾਂ ਅੰਗਰੇਜ਼ਾਂ ਨੂੰ ਚਿੱਠੀ ਪਾ ਕੇ ਜਵਾਬ ਦਿੱਤਾ, ਕਿਤੇ ਇਹ ਗੁਸਤਾਖੀ ਨਾ ਕਰਿਓ, ਜੇ ਤੁਸੀਂ ਭਾਈ ਮਹਾਰਾਜ ਸਿੰਘ ਨੂੰ ਛੱਡ ਦਿੱਤਾ, ਇਹ ਇਦਾਂ ਦਾ ਇਨਕਲਾਬੀ ਯੋਧਾ ਹੈ, ਇਹ ਪਿੰਡ ਪਿੰਡ ਵਿੱਚ ਜਾਵੇਗਾ, ਫੌਜ ਖੜੀ ਕਰੇਗਾ ਤੇ ਅੰਗਰੇਜ਼ਾਂ ਨੂੰ ਇੱਥੋਂ ਰਾਜ ਕਰਨ ਦੇ ਵਿੱਚ ਅੜਿੱਚਣ ਪੈਦਾ ਕਰੇਗਾ। ਸਾਧ ਸੰਗਤ, ਬਹੁਤ ਜ਼ਿਆਦਾ ਲਹਿਰਾਂ ਚੱਲੀਆਂ ਵੀ ਅੰਗਰੇਜ਼ਾਂ ਤੋਂ ਅਸੀਂ ਮੁਕਤ ਹੋਣਾ ਹੈ, ਪਰ ਵੇਖੋ ਜਿਨ੍ਹਾਂ ਦੀ ਗਿਣਤੀ 2%,
ਸਾਡੀ ਕੌਮ ਨੇ ਬਹੁਤ ਜ਼ਿਆਦਾ ਕੁਰਬਾਨੀਆਂ ਕਰਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਹੈ, ਯੋਗਦਾਨ ਬਹੁਤ ਵੱਡਾ ਹੈ। ਕਿਤੇ ਅੰਕੜੇ ਪੜ੍ਹ ਕੇ ਵੇਖੋ, 121 ਬੰਦਿਆਂ ਨੂੰ ਫਾਂਸੀ ਹੋਈ, ਜਿਹਦੇ ਚੋਂ 93 ਸਿੱਖ ਸਨ ਦੇਸ਼ ਦੀ ਆਜ਼ਾਦੀ ਲਈ। 2646 ਬੰਦਿਆਂ ਨੇ ਉਮਰ ਕੈਦ ਭੋਗੀ, ਜਿਹਦੇ ਚੋਂ 2147 ਸਿੱਖ ਸਨ। ਖਾਲਸਾ ਜੀ, 113 ਲੋਕ ਬਜ-ਬਜ ਘਾਟ ਦੀ ਧਰਤੀ ਤੇ ਸ਼ਹੀਦ ਹੋਏ, ਜਿਹਦੇ ਚੋਂ 67 ਸਿੱਖ ਸਨ। 1300 ਬੰਦਾ ਜਲਿਆਂਵਾਲੇ ਬਾਗ ਦੀ ਧਰਤੀ ਤੇ ਸ਼ਰੇਆਮ ਗੋਲੀਆਂ ਮਾਰ ਕੇ ਭੁੰਨ ਦਿੱਤਾ ਗਿਆ, ਉਹਦੇ ਚੋਂ 799 ਸਿੱਖ ਸਨ। 91 ਬੰਦੇ ਤੋਪਾਂ ਨਾਲ ਬੰਨ ਕੇ ਉਡਾ ਦਿੱਤੇ ਗਏ ਅੰਗਰੇਜ਼ਾਂ ਵੱਲੋਂ, ਉਹ 91 ਦੇ 91 ਸਿੱਖ ਸਨ। ਤੇ 500 ਸਿੱਖ ਅਕਾਲੀ ਲਹਿਰ ਵੇਲੇ ਦੇਸ਼ ਦੀ ਆਜ਼ਾਦੀ 'ਚ ਸ਼ਹੀਦ ਹੋਇਆ, ਉਹ 500 ਦਾ 500 ਸਿੱਖ ਸੀ। ਔਰ ਸਾਧ ਸੰਗਤ, ਇਹਨਾਂ ਅੰਕੜਿਆਂ ਨੂੰ ਵੇਖ ਕੇ, ਇਹਨਾਂ ਸ਼ਹੀਦੀਆਂ ਨੂੰ ਵੇਖ ਕੇ ਇੱਕ ਕਵੀ ਦੇ ਬੜੇ ਪਿਆਰੇ ਸ਼ਬਦ ਯਾਦ ਆਉਂਦੇ ਨੇ। ਉਹ ਕਹਿੰਦਾ, ਜਦ ਵੀ ਦੇਸ਼ ਨੂੰ ਖੂਨ ਦੀ ਲੋੜ ਜਾਪੀ, ਹਾਮੀ ਹੱਸ ਕੇ ਭਰੀ ਪੰਜਾਬੀਆਂ ਨੇ। ਜਦ ਵੀ ਜ਼ੁਲਮ ਦੀ ਨਦੀ ਵਿੱਚ ਡਾਕ ਆਈ, ਛਾਲਾਂ ਮਾਰ ਕੇ ਤਰੀ ਪੰਜਾਬੀਆਂ ਨੇ। ਰਚਿਆ ਜਦੋਂ ਸਵਯੰਬਰ ਸੀ ਵਿਧ ਮਾਤਾ, ਲਾੜੀ ਮੌਤ ਵਰੀ ਤਾਂ ਪੰਜਾਬੀਆਂ ਨੇ। ਚਾਰੇ ਪਾਸਿਓਂ ਕਿਤੋਂ ਵੀ ਆਈ ਗੋਲੀ, ਪਹਿਲਾਂ ਹਿੱਕ ਤੇ ਜੜੀ ਪੰਜਾਬੀਆਂ ਨੇ। ਪ੍ਰੋਫੈਸਰ ਮੋਹਨ ਸਿੰਘ ਲਿਖਦਾ ਹੈ ਪੰਜਾਬ ਬਾਰੇ, ਕਹਿੰਦਾ, ਪੰਜਾਬ ਪੰਜਾਂ ਦਰਿਆਵਾਂ ਦੀ ਧਰਤ ਹੈ, ਮੌਤ ਜਿਸ ਦੀ ਹਿੱਕ ਤੇ ਵੱਸਦੀ ਏ। ਇੱਕੋ ਮਾਂ ਪੰਜਾਬਣ ਹੈ ਜੱਗ ਉੱਤੇ, ਜਿਹੜੀ ਪੁੱਤ ਮਰਵਾ ਕੇ ਹੱਸਦੀ ਏ। ਮੈਂ ਬੇਨਤੀ ਕਰਾਂਗਾ, ਬੜਾ ਮਨ ਦੁਖੀ ਹੁੰਦਾ ਹੈ ਜਦੋਂ 1947 ਦੇ ਹਾਲਾਤਾਂ ਨੂੰ ਪੜ੍ਹੀਦਾ। ਬਾਰ ਦਾ ਇਲਾਕਾ ਜਿਹੜਾ ਆਪਣੇ ਬਜ਼ੁਰਗਾਂ ਨੇ ਆਬਾਦ ਕੀਤਾ, ਕਿਉਂਕਿ ਸਿੱਖ ਕਿਰਤੀ ਬਹੁਤ ਆ। ਬਾਬੇ ਨਾਨਕ ਨੇ ਨਾਮ ਜਪਣ ਤੇ ਵੰਡ ਕੇ ਛਕਣ ਤੋਂ ਪਹਿਲਾਂ ਕਿਰਤ ਕਰਨ ਦਾ ਹੁਕਮ ਦਿੱਤਾ ਹੈ। ਆ ਯੂਪੀ ਉੱਤਰਾਖੰਡ ਚਲੇ ਜਾਓ, ਸਭ ਜੰਗਲ ਬੀਆਬਾਨ, ਆਪਣੇ ਬਜ਼ੁਰਗ ਗਏ ਤੇ ਉਹਨਾਂ ਜ਼ਮੀਨਾਂ ਆਬਾਦ ਕੀਤੀਆਂ। ਤੇ ਪਾਕਿਸਤਾਨ 'ਚ ਜਿਹੜਾ ਬਾਰ ਦਾ ਇਲਾਕਾ ਹੈ, ਇਹ ਵੀ ਆਪਣੇ ਬਜ਼ੁਰਗਾਂ ਨੇ ਰਾਤ ਦਿਨ ਕਿਰਤ ਕਰਕੇ ਜ਼ਮੀਨਾਂ ਵਾਹੀ ਦੇ ਯੋਗ ਬਣਾਈਆਂ। ਪਰ ਜਿੱਦਣ ਇਸ ਦੇਸ਼ ਦੀ ਵੰਡ ਹੋਈ, ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਵੀ 10 ਲੱਖ ਪੰਜਾਬੀ ਇਹਦੇ ਵਿੱਚ ਮੌਤ ਦੇ ਘਾਟ ਉਤਰਿਆ ਹੈ। 4 ਲੱਖ ਸਾਡੀਆਂ ਬੀਬੀਆਂ ਭੈਣਾਂ ਨੇ ਆਪਣੀ ਇੱਜ਼ਤ ਨੂੰ ਦਾਗ ਨਹੀਂ ਲੱਗਣ ਦਿੱਤਾ। ਖੂਹਾਂ ਵਿੱਚ ਛਾਲਾਂ ਮਾਰ ਮਾਰ ਕੇ ਉਹਨਾਂ ਨੇ ਆਪਣੀ ਜਾਨ ਦਿੱਤੀ ਹੈ। ਤੇ ਧੱਕਾ ਐਡਾ ਹੋਇਆ ਸਾਡੇ ਨਾਲ ਕਿ ਜਿਨ੍ਹਾਂ ਕੋਲ ਉਧਰ ਮਰੱਬਿਆਂ ਬੱਧੀ ਜ਼ਮੀਨ ਸੀ, ਉਹਨਾਂ ਨੂੰ ਇੱਧਰ ਆ ਕੇ ਕਿਤੇ ਜ਼ਿਆਦਾ ਘੱਟ ਜ਼ਮੀਨ ਦਿੱਤੀ, ਤੇ ਜਿਹੜੇ ਇੱਧਰੋਂ ਉੱਧਰ ਸ਼ਿਫਟ ਹੋਏ ਸੀ, ਉਹਨਾਂ ਕੋਲ ਇੱਧਰ ਕੋਈ ਬਹੁਤੀਆਂ ਜ਼ਮੀਨਾਂ ਨਹੀਂ ਸੀ। ਅੰਕੜੇ ਪੜ੍ਹ ਕੇ ਵੇਖੋ, ਉਹ ਮਰੱਬਿਆਂ ਦੇ ਮਾਲਕ ਬਣ ਗਏ। ਸਿੱਖਾਂ ਦੀ ਲੀਡਰਸ਼ਿਪ ਨਨਕਾਣਾ ਸਾਹਿਬ ਬੈਠੀ ਰਹੀ, ਉਹ ਇੱਕੋ ਗੱਲ ਕਹਿੰਦੇ ਰਹੇ ਵੀ ਇਹ ਧਰਤੀ ਨਾਲ ਸਾਡਾ ਪਿਆਰ ਆ, ਕਿੱਦਾਂ ਛੱਡ ਦਈਏ। ਪਰ ਖਾਲਸਾ ਜੀ, ਐਡਾ ਧੱਕਾ, ਚੱਲਦੇ ਖੂਹ ਛੱਡ ਕੇ ਆਏ ਸਾਡੇ ਬਜ਼ੁਰਗ, ਜ਼ਮੀਨਾਂ ਘਰ ਘਰ ਛੱਡ ਕੇ ਆਏ। ਨਿੱਕੀ ਜੀ ਸੱਚੀ ਘਟਨਾ ਕਹਿ ਕੇ ਮੈਂ ਵਾਪਸ ਹੁਕਮਨਾਮੇ ਤੇ ਆਵਾਂਗਾ। ਥੋੜੇ ਦਿਨ ਪਹਿਲਾਂ ਮੇਰੇ ਮਿੱਤਰ ਨੇ ਸਾਧ ਸੰਗਤ ਜੀ ਇੱਕ ਘਟਨਾ ਸੁਣਾਈ, ਜਿਹੜੀ ਸੱਚੀ ਘਟਨਾ ਹੈ। ਉਹ ਕਹਿੰਦਾ, ਮੈਂ ਲੁਧਿਆਣੇ ਗਿਆ ਤੇ ਸਪੇਅਰ ਪਾਰਟ ਦਾ ਕੋਈ ਕੰਮ ਸੀ, ਕੋਈ ਵਸਤੂ ਲੈਣੀ ਸੀ, ਤੇ ਦੁਕਾਨ 'ਚ ਮੈਂ ਵੇਖਿਆ ਵੀ ਜਿਹੜੇ ਸਰਦਾਰ ਦੁਕਾਨ ਚਲਾ ਰਹੇ ਆ, ਉਹਨਾਂ ਦੀ ਦੁਕਾਨ ਦੀ ਕੰਧ ਤੇ ਇੱਕ ਫੋਟੋ ਲੱਗੀ ਹੋਈ ਹੈ, ਜਿਹਦੇ ਦੇ ਥੱਲੇ ਉਹਦਾ ਨਾਂ ਲਿਖਿਆ ਹੋਇਆ ਸਰਦਾਰ ਸਨਮੁਖ ਸਿੰਘ। ਜਨਮ ਲਿਖਿਆ 1930 ਦਾ, ਤੇ ਉਹਨਾਂ ਦੀ ਮੌਤ ਹੋਈ ਸਰਦਾਰ ਸਨਮੁਖ ਸਿੰਘ ਦੀ 2010 'ਚ। ਤੇ ਉਹ ਸਿੰਘ ਵੇਖ ਕੇ ਕਹਿਣ ਲੱਗਾ, ਕਹਿੰਦਾ ਵੀ 80 ਕੁ ਸਾਲ ਉਮਰ ਹੋ ਗਈ ਹੈ, ਇਹਨੂੰ ਤੇ 47 ਦੀ ਸੰਭਾਲ ਹੋਣੀ ਪੂਰੀ। ਤੇ ਬੱਚੇ ਚੁੱਪ ਕਰ ਗਏ। ਉਹ ਕਹਿੰਦਾ ਵੀ ਕੀ ਗੱਲ? ਕਹਿੰਦੇ, ਸਾਡਾ ਬਾਪ ਇੱਕ ਗੱਲ ਦੱਸ ਕੇ ਗਿਆ ਸਾਨੂੰ। ਉਹ ਕਹਿੰਦੇ, ਸਾਡੇ ਦਾਦੇ ਦਾ ਨਾਂ ਸੀ ਸੇਵਾ ਸਿੰਘ, ਤੇ ਜਦੋਂ ਇਹ ਐਲਾਨ ਹੋ ਗਿਆ ਨਾ ਵੀ ਸਿੱਖ ਹੁਣ ਇਸ ਧਰਤੀ ਨੂੰ, ਪਾਕਿਸਤਾਨ ਜਿੱਥੇ ਬਣਨਾ ਇਹਨੂੰ ਛੱਡ ਕੇ ਹੁਣ ਇਸ ਪੰਜਾਬ ਵਿੱਚ ਆ ਜਾਣਗੇ, ਤੇ ਉਸ ਵੇਲੇ ਫਿਰ ਹਫੜਾ ਦਫੜੀ ਦੇ ਵਿੱਚ ਜਦੋਂ ਵੱਢ ਫੱਟ ਸ਼ੁਰੂ ਹੋਈ, ਤੇ ਬਹੁਤ ਸਾਰੇ ਲੋਕ ਸੀ ਜਿਨ੍ਹਾਂ ਨੇ ਆਪਣਾ ਸਮਾਨ ਚੁੱਕ ਕੇ ਤੇ ਉਧਰੋਂ ਇੱਧਰ ਆਉਣਾ ਹੈ।
ਤੇ ਕਈ ਭੈਣਾਂ ਬੱਚੀਆਂ ਬੀਬੀਆਂ ਜਿਨ੍ਹਾਂ ਨੇ ਉਸ ਵੇਲੇ ਜਦੋਂ ਇੱਜ਼ਤ ਨਾਲ ਖਿਲਵਾੜ ਹੋ ਰਹੇ ਸਨ ਉਹਨਾਂ ਨੇ ਖੂਹਾਂ 'ਚ ਛਾਲਾਂ ਮਾਰ ਦਿੱਤੀਆਂ। ਉਹ ਕਹਿੰਦੇ ਵੀ ਸਾਡੀ ਇੱਕ ਭੂਆ ਸੀ ਤੇ ਉਹ ਜਨਮ ਤੋਂ ਹੀ ਉਹਦੇ ਜਿਹੜੇ ਹੱਥ ਤੇ ਪੈਰ ਸਨ ਇਹ ਮੁੜੇ ਹੋਏ ਸਨ। ਮੈਂ ਇੱਕ ਸੱਚੀ ਘਟਨਾ ਦੱਸਣ ਲੱਗਾ, ਪਤਾ ਨਹੀਂ ਇਦਾਂ ਦੀਆਂ ਕਿੰਨੀਆਂ ਹੋਣਗੀਆਂ। ਕਹਿੰਦਾ ਹੱਥ ਪੈਰ ਮੁੜੇ, ਅਪਾਹਜ ਸੀ ਤੇ ਸਾਡੇ ਦਾਦੇ ਨੇ ਸਾਡੇ ਬਾਪ ਨੂੰ ਕਿਹਾ, ਬਾਪ ਦੀ ਉਮਰ ਕਹਿੰਦੇ ਉਦੋਂ ਸਾਡੇ ਦੀ 17 ਸਾਲ ਸੀ, ਤੇ ਸਰਦਾਰ ਸੇਵਾ ਸਿੰਘ ਸਨਮੁਖ ਸਿੰਘ ਨੂੰ ਆਪਣੇ ਪੁੱਤਰ ਨੂੰ ਕਹਿੰਦਾ ਵੀ ਆਪਾਂ ਨੂੰ ਜਾਣਾ ਪਊਗਾ। ਹੁਣ ਉਸ ਬੱਚੀ ਦੇ ਨਾਲ ਭੈਣ ਜੋ ਹੋਈ ਸਨਮੁਖ ਸਿੰਘ ਦੀ, ਬਹੁਤ ਪਿਆਰ ਸੀ ਭੈਣ ਭਰਾਵਾਂ ਦਾ, ਇੰਨਾ ਪਿਆਰ ਕਿ ਉਹ ਤੁਰਨ ਫਿਰਨ ਤੋਂ ਅਸਮਰੱਥ ਹੋਣ ਕਰਕੇ ਉਹਨੂੰ ਹਮੇਸ਼ਾ ਚੁੱਕ ਕੇ ਰੱਖਦੇ ਸਨ। ਤੇ ਕਹਿੰਦੇ ਉਹਨੇ ਉਸ ਆਪਣੀ ਭੈਣ ਨੂੰ ਚੁੱਕ ਕੇ ਮੋਢਿਆਂ ਤੇ ਬਾ ਲਿਆ ਤੇ ਬਾਪ ਨੇ ਕਿਹਾ ਵੀ ਇਸ ਤਰ੍ਹਾਂ ਆਪਾਂ ਸਫ਼ਰ ਨਹੀਂ ਕਰ ਸਕਾਂਗੇ, ਫਿਰ ਕੀ ਕਰੀਏ। ਹੁਣ ਬਾਕੀ ਬਹੁਤ ਸਾਰੀਆਂ ਸਾਡੀਆਂ ਮਾਵਾਂ ਭੈਣਾਂ ਸੀ ਜਿਨ੍ਹਾਂ ਨੇ ਖੂਹਾਂ 'ਚ ਛਾਲਾਂ ਮਾਰੀਆਂ। ਉਹ ਕਹਿੰਦਾ ਹੈ ਵੀ ਹੁਣ ਇਹਨੂੰ ਨਾਲ ਜੇ ਆਪਾਂ ਜਿੰਦਾ ਖੜਾਂਗੇ ਤੇ ਇਹ ਆਉਣ ਵਾਲੇ ਸਮੇਂ ਦੇ ਅੰਦਰ ਰਾਹ ਦੇ ਵਿੱਚ ਜਿਹੜੀ ਇੱਜ਼ਤ ਹੈ ਉਹ ਦਾਗਦਾਰ ਹੋ ਸਕਦੀ ਹੈ। ਹੁਣ ਤੇ ਇੱਕੋ ਹੀ ਤਰੀਕਾ ਹੈ ਵੀ ਇਹਨੂੰ ਇੱਥੇ ਹੁਣ ਮਾਰ ਕੇ ਜਾਣਾ ਪਵੇਗਾ। ਸਾਧ ਸੰਗਤ, ਭੈਣ ਭਰਾਵਾਂ ਦਾ ਇੰਨਾ ਪਿਆਰ, ਜਦੋਂ ਉਹਨਾਂ ਕਿਹਾ ਮਾਰ ਕੇ ਜਾਣਾ ਪਵੇਗਾ ਤੇ ਭੈਣ ਨੇ ਇਸ਼ਾਰਾ ਕਰਕੇ ਕਿਹਾ ਵੀ ਜਾਂ ਤੇ ਮੈਨੂੰ ਖੂਹ ਤੱਕ ਛੱਡ ਆਓ ਤੇ ਜਾਂ ਫਿਰ ਵੀਰਾ ਜਿੱਦਾਂ ਮੇਰਾ ਪਿਤਾ ਕਹਿੰਦਾ ਨਾ, ਸੱਚਮੁੱਚ ਇਦਾਂ ਹੀ ਕਰਨਾ ਪਊਗਾ। ਇਹ ਸੱਚੀ ਘਟਨਾ ਹੈ ਸਾਧ ਸੰਗਤ। ਔਰ ਇਸ ਬਟਵਾਰੇ ਦੇ ਅੰਦਰ ਉਹ ਕਹਿੰਦੇ ਨੇ ਵੀ ਸਾਹਮਣੇ ਚੱਕੀ ਦੇ ਪੁੜ ਪਏ ਤੇ ਉਹਦੇ ਲਾਗੇ ਪੱਥਰ ਪਿਆ ਸੀ। ਬਾਪ ਦੇ ਕਹਿਣ ਤੇ ਵੀ ਇਹਦੀ ਇੱਜ਼ਤ ਬਚੀ ਰਹੂਗੀ, ਮਰ ਜਾਊਗੀ ਕੋਈ ਗੱਲ ਨਹੀਂ, ਕਲੰਕ ਨਹੀਂ ਲੱਗਣ ਦੇਣਾ। ਕਹਿੰਦੇ ਭਰਾ ਨੇ ਸਕੀ ਭੈਣ ਦੇ ਸਿਰ ਉੱਤੇ ਵੱਡਾ ਪੱਥਰ ਮਾਰਿਆ ਚੱਕੀ ਦੇ ਪੋੜਾਂ ਤੋਂ ਫੜ ਕੇ, ਤੇ ਪੱਥਰ ਮਾਰਨ ਲੱਗਿਆ ਉਹ ਬਾਪ ਦੱਸਦਾ ਹੁੰਦਾ ਸੀ ਆਪਣੇ ਬੱਚਿਆਂ ਨੂੰ, ਮੈਂ ਮੂੰਹ ਪਰੇ ਨੂੰ ਕਰ ਲਿਆ। ਤੇ ਉਹ ਬੱਚੀ ਜਿਹੜੀ ਸੀ ਉਹ ਜੇ ਮਰੀ ਨਹੀਂ। ਤੇ ਸਾਧ ਸੰਗਤ, ਜਦੋਂ ਤੁਰਨ ਲੱਗਾ ਤੇ ਉਹ ਭੈਣ ਨੇ ਭਰਾ ਦਾ ਪਹੁੰਚਾ ਫੜ ਲਿਆ ਇਦਾਂ ਪਜਾਮੇ ਦਾ, ਤੇ ਉਹਨੂੰ ਆਪਣੀ ਜ਼ੁਬਾਨ ਤੋਂ ਬੋਲ ਕੇ ਕਿਹਾ ਵੀ ਇੱਕ ਵਾਰ ਹੋਰ ਮਾਰ ਦੇ। ਸਾਧ ਸੰਗਤ, ਉਹਨੇ ਦੁਬਾਰਾ ਮਾਰਿਆ। ਯਾਦ ਰੱਖਣਾ, ਇਹ ਕਹਿਣਾ ਸੌਖਾ ਹੈ, ਆਪਣੇ ਹੱਥੀਂ ਆਪਣੀ ਭੈਣ ਨੂੰ ਮਾਰ ਕੇ ਜਦੋਂ ਇੱਧਰ ਆਉਂਦਾ ਹੈ ਤੇ ਕਹਿੰਦਾ 47 ਤੋਂ ਬਾਅਦ ਸਾਡੇ ਘਰ 'ਚ ਬੜੀਆਂ ਖੁਸ਼ੀਆਂ ਆਈਆਂ। 3 ਭਰਾ ਸੀ, ਉਹਨਾਂ ਦੇ ਵਿਆਹ ਕੀਤੇ ਸਾਡੇ ਪਿਓ ਨੇ, ਸਰਦਾਰ ਸਨਮੁਖ ਸਿੰਘ ਨੇ, ਪਰ ਅਸੀਂ ਕਦੇ ਇਹਨੂੰ ਖੁਸ਼ੀ 'ਚ ਨਹੀਂ ਵੇਖਿਆ, ਕਦੇ ਵੀ ਖੁਸ਼ੀ 'ਚ ਨਹੀਂ, ਤੇ ਬਹੁਤਾ ਬੋਲਦਾ ਵੀ ਨਹੀਂ ਵੇਖਿਆ, ਚੁੱਪ ਹੀ ਕੀਤਾ ਰਿਹਾ। ਉਮਰ ਦੇ ਮਗਰਲੇ 60 ਸਾਲ ਕਹਿੰਦਾ ਇੱਕੋ ਹੀ ਵਿਜੋਗ ਵੀ ਮੈਂ ਆਪਣੇ ਹੱਥੀਂ ਆਪਣੀ ਭੈਣ ਦਾ ਕਤਲ ਕਰਕੇ ਆਇਆ। ਇਹ ਸੀ ਹਾਲਾਤ ਉਸ ਵੇਲੇ। ਵੰਡ ਦੇਸ਼ ਦੀ ਨਹੀਂ, ਵੰਡ ਪੰਜਾਬ ਦੀ ਹੋਈ। ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ ਤੇ ਸਾਡੀਆਂ ਮਾਈਆਂ ਬੀਬੀਆਂ ਬੱਚੀਆਂ ਨੇ ਆਪਣੀਆਂ ਇੱਜ਼ਤਾਂ ਬਚਾਉਣ ਲਈ ਕਈਆਂ ਨੇ ਖੂਹਾਂ 'ਚ ਛਾਲਾਂ ਮਾਰੀਆਂ। ਮੈਂ ਤੇ ਇੱਕ ਪਰਿਵਾਰ ਦੀ ਗੱਲ ਕੀਤੀ, ਇਦਾਂ ਦੇ ਲੱਖਾਂ ਪਰਿਵਾਰ ਨੇ, ਤੁਸੀਂ ਇਤਿਹਾਸ ਦੇ ਝਰੋਖੇ 'ਚੋਂ ਪੜ੍ਹ ਸਕਦੇ ਹੋ, ਅਜੇ ਤੇ ਚਸ਼ਮਦੀਦ ਗਵਾਹ ਬੈਠੇ ਨੇ। ਸਾਧ ਸੰਗਤ, ਜਿਹੜੀ ਆਜ਼ਾਦੀ ਸਿੱਖ, ਜਿਹੜੀ ਵੰਡ ਨੂੰ ਸਿੱਖ ਪ੍ਰਵਾਨ ਹੀ ਨਹੀਂ ਕਰ ਰਹੇ, ਉਹ ਵੰਡ ਥੋਪੀ ਗਈ ਤੇ ਸਾਡੇ ਜਾਨ ਤੋਂ ਪਿਆਰੇ ਗੁਰਧਾਮ 150 ਤੋਂ ਵੱਧ ਗੁਰਦੁਆਰੇ ਪਾਕਿਸਤਾਨ ਦੀ ਧਰਤੀ ਤੇ ਰਹਿ ਗਏ। ਸਭ ਤੋਂ ਵੱਡੀ ਗੱਲ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਜਿਹੜਾ ਲਾਹੌਰ ਦਾ ਸ਼ਾਹੀ ਕਿਲਾ ਸੀ, ਕਿਤੇ ਵੰਡ ਨਾ ਹੋਈ ਹੁੰਦੀ ਅੱਜ ਸਾਡੇ ਬੱਚੇ ਜਾ ਕੇ ਕਿਲੇ ਨੂੰ ਵੇਖਦੇ, ਸਾਡੇ 'ਚ ਵੀ ਰਾਜ ਕਰਨ ਦੀ ਭਾਵਨਾ ਉਤੇਜਿਤ ਹੁੰਦੀ। ਅੱਜ ਉਹ ਕਿਲੇ ਨੂੰ ਆਪਾਂ ਥੋੜੀ ਵੇਖ ਸਕਦੇ ਹਾਂ, ਜਿਹੜਾ ਜਥੇ 'ਚ ਜਾ ਸਕਦਾ ਉਹ ਤੇ ਵੇਖ ਆਉਂਦਾ ਹੈ। ਸਾਡੀਆਂ ਕੀਮਤੀ ਨਿਸ਼ਾਨੀਆਂ ਉਸ ਧਰਤੀ ਤੇ ਰਹਿ ਗਈਆਂ। ਖੈਰ, ਇਹ ਵੰਡ ਤੋਂ ਬਾਅਦ ਜਦੋਂ ਹੁਣ ਇਹ ਦੇਸ਼ ਆਜ਼ਾਦ ਹੋ ਕੇ ਜਾਂਦਾ ਹੈ ਤੇ ਜਿਨ੍ਹਾਂ ਸਿੱਖਾਂ ਨੇ 80% ਕੁਰਬਾਨੀਆਂ ਕੀਤੀਆਂ, ਜਿਨ੍ਹਾਂ ਨਾਲ ਵੱਡੇ ਵੱਡੇ ਦਾਅਵੇ ਕੀਤੇ, ਤੇ ਦਾਅਵੇ 'ਚ ਇਹ ਵੀ ਲਿਖਿਆ ਸੀ ਵੀ ਇਹ ਜਿਹੜਾ ਪੰਜਾਬ ਹੈ ਇਹਨੂੰ ਆਪਣਾ ਵੱਖਰਾ ਝੰਡਾ ਲਾਉਣ ਦਾ ਵੀ ਅਧਿਕਾਰ ਹੋਵੇਗਾ। ਇੱਥੋਂ ਤੱਕ ਅਧਿਕਾਰ ਸੀ। ਆਜ਼ਾਦੀ ਆ ਗਈ ਤੇ ਲੀਡਰਾਂ ਦੇ ਮੂੰਹ ਫਿਰ ਗਏ। ਉਹਨਾਂ ਨੇ ਪਹਿਲਾ ਤੋਹਫਾ ਸਾਨੂੰ ਦਿੱਤਾ ਵੀ ਸਿੱਖ ਜਰੈਮ ਪੇਸ਼ਾ ਕੌਮ ਹੈ, ਇਹਨਾਂ ਤੇ ਸਖਤੀ ਕੀਤੀ ਜਾਵੇ। ਫਿਰ ਪੰਜਾਬੀ ਸੂਬਾ ਮੰਗਿਆ,
ਜਿਨ੍ਹਾਂ ਲੋਕਾਂ ਨੇ ਆਜ਼ਾਦ ਭਾਰਤ ਦੇ ਵਿੱਚ ਨਾਅਰੇ ਲਾਏ, ਊੜੀ ਐੜੀ ਨਹੀਂ ਪੜੇਂਗੇ, ਜੂੜੀ ਜੂੜਾ ਕੱਟ ਧਰੇਂਗੇ, ਉਹਨਾਂ ਤੇ ਕੋਈ ਕਾਰਵਾਈ ਨਹੀਂ। 4 ਜੁਲਾਈ ਸਨ 1955 ਨੂੰ ਪੰਜਾਬੀ ਸੂਬੇ ਦੀ ਮੰਗ ਕਰਦੇ ਸਿੱਖਾਂ ਤੇ ਗੋਲੀਆਂ ਚਲਾਈਆਂ। ਹਰਮੰਦਰ ਸਾਹਿਬ ਦੇ ਵਿੱਚ ਅਥਰੂ ਗੈਸ ਛੁੱਟੀ ਗਈ। ਅਜਾਇਬ ਘਰ 'ਚ ਤੁਸੀਂ ਉਹ ਬੰਬ ਵੇਖ ਸਕਦੇ ਹੋ ਜਿਹੜੇ ਸੁੱਟੇ ਗਏ ਸਾਡੇ ਤੇ ਆਜ਼ਾਦ ਭਾਰਤ ਦੇ ਵਿੱਚ। ਉਹ ਵੀ ਸਮਾਂ ਅਸੀਂ ਲੰਘਾਇਆ। ਖੈਰ ਲੰਗੜਾ ਜਿਹਾ ਸੂਬਾ ਬਣਿਆ ਪੰਜਾਬ, ਤੇ ਇਹਦੇ ਤੋਂ ਬਾਅਦ ਕਾਫਲਾ ਰੁਕਿਆ ਨਹੀਂ। ਖਾਲਸਾ ਜੀ ਬੱਚਿਆਂ ਨੂੰ ਦੱਸੀਏ, ਆਪਣਿਆਂ ਨੂੰ ਇਤਿਹਾਸ ਦੱਸੀਏ ਆਪਣਾ, ਸਾਡੇ ਨਾਲ ਕਿੰਨੇ ਧੱਕੇ ਹੋਏ ਨੇ। 65-71 ਦੀ ਜੰਗ ਆ ਗਈ, ਅਨੇਕਾਂ ਗ੍ਰਿਫਤਾਰੀਆਂ ਸ਼ਹੀਦੀਆਂ ਪਹਿਲਾਂ ਪੰਜਾਬੀ ਸੂਬੇ ਵਾਲੇ ਦਿੱਤੀਆਂ, ਵੰਡ ਵੇਲੇ ਦਿੱਤੀਆਂ, ਆਜ਼ਾਦ ਕਰਾਉਣ ਲਈ ਦੇਸ਼ ਨੂੰ ਦਿੱਤੀਆਂ। ਤੇ ਉਸ ਵੇਲੇ ਫਿਰ ਉਸ ਲੜਾਈ 'ਚ ਵੀ ਸਿੱਖਾਂ ਨੇ ਇਸ ਦੇਸ਼ ਨੂੰ ਆਪਣਾ ਦੇਸ਼ ਸਮਝਿਆ। ਰੱਖੜੀ ਸਾਡਾ ਸਿਧਾਂਤ ਨਹੀਂ। ਜਿਹੜੇ ਫੌਜੀ ਸਰਹੱਦਾਂ ਤੇ ਲੜ ਰਹੇ ਸਨ, ਸਾਡੀਆਂ ਭੈਣਾਂ ਨੇ ਲੰਗਰ ਪਕਾ ਪਕਾ ਕੇ ਫੌਜ ਤੱਕ ਖੜਿਆ ਤੇ ਉਹਨਾਂ ਨੂੰ ਰੱਖੜੀਆਂ ਬੰਨੀਆਂ ਕਿ ਕਿਤੇ ਇਹ ਫੌਜੀ ਘਬਰਾ ਨਾ ਜਾਣ, ਦੇਸ਼ ਦਾ ਨੁਕਸਾਨ ਨਾ ਹੋਵੇ। ਦੇਸ਼ ਨੂੰ ਤੇ ਅਸੀਂ ਫੇਰ ਵੀ ਆਪਣਾ ਮੰਨਿਆ, ਪਰ ਉਦੋਂ ਬੇਗਾਨਗੀ ਦਾ ਅਹਿਸਾਸ ਹੋਇਆ ਜਦੋਂ ਸਾਧ ਸੰਗਤ ਜੀ ਭਾਰਤੀ ਫੌਜ ਨੇ, ਹਿੰਦ ਹਕੂਮਤ ਨੇ 1984 'ਚ ਆਜ਼ਾਦ ਭਾਰਤ ਦੇ ਵਿੱਚ ਉਹ ਗੋਲਾ ਸਮੱਗਰੀ ਤੇ ਫੌਜਾਂ ਇਸ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਰਿਮੰਦਰ ਸਾਹਿਬ ਤੇ ਚਾੜੀਆਂ, ਜਿਹੜਾ ਦੇਸ਼ ਇੱਕ ਫੌਜ ਦੂਜੀ ਫੌਜ ਤੇ ਦੂਜੇ ਦੇਸ਼ ਤੇ ਹਮਲਾ ਕਰਨ ਵੇਲੇ ਗੋਲੀ ਸਿੱਕਾ ਬਰੂਦ ਵਰਤਦੀ ਹੈ, ਉਹ ਸਿੱਖਾਂ ਤੇ ਵਰਤਿਆ ਗਿਆ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਸੀ। ਉਹ 1984 ਦੇ ਵਿੱਚ ਦਿੱਲੀ ਤੇ ਕਾਨਪੁਰ ਵਰਗੇ ਸ਼ਹਿਰਾਂ ਦੇ ਵਿੱਚ ਗਲਾਂ 'ਚ ਟਾਇਰ ਪਾ ਪਾ ਕੇ ਇਸ ਆਜ਼ਾਦ ਭਾਰਤ ਦੇ ਵਿੱਚ ਸਿੱਖਾਂ ਨੂੰ ਸਾਧ ਸੰਗਤ ਜਲੀਲ ਕੀਤਾ ਗਿਆ, ਮਾਰਿਆ ਗਿਆ। ਠੀਕ ਹੈ, ਅੱਜ ਤਿਰੰਗੇ ਦੀ ਗੱਲ ਹੋ ਰਹੀ ਹੈ। ਅਸੀਂ ਇੱਕ ਬੇਨਤੀ ਕਰਨੀ ਚਾਹੁੰਦੇ ਹਾਂ, ਨਿਮਾਣਾ ਜਿਹਾ ਹੋਣ ਦੇ ਨਾਂ ਤੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਜੇ ਕਿਤੇ ਸਾਡੇ ਬੰਦੀ ਸਿੰਘ ਛੱਡ ਦਿੱਤੇ ਜਾਣ, 84 ਦੇ ਕਾਤਲਾਂ ਨੂੰ ਫਾਂਸੀ ਤੇ ਟੰਗਿਆ ਹੁੰਦਾ, ਸਾਡੇ ਨਾਲ ਹੋਈਆਂ ਧੱਕੇ ਤੇ ਜਿਹੜੇ ਵਾਅਦੇ ਕੀਤੇ ਗਏ ਨੇ ਉਹਨਾਂ ਵਾਅਦਿਆਂ ਨੂੰ ਪੁਗਾਇਆ ਗਿਆ ਹੁੰਦਾ, ਭਾਵੇਂ ਉਹ ਪਾਣੀਆਂ ਦਾ ਮਸਲਾ ਸੀ ਤੇ ਭਾਵੇਂ ਚੰਡੀਗੜ੍ਹ ਦਾ ਮਸਲਾ ਸੀ, ਤੇ ਸਾਧ ਸੰਗਤ ਜੀ ਸਾਡੇ 'ਚ ਵੀ ਕਿਤੇ ਦੇਸ਼ ਭਗਤੀ ਪੈਦਾ ਹੋ ਜਾਂਦੀ। ਅੱਜ ਦੁੱਖ ਹੈ, ਮਾਯੂਸ ਜਿਹੇ ਹੋ ਕੇ ਬੈਠੇ ਆ। ਇੱਕ ਗੱਲ ਯਾਦ ਰੱਖਣਾ ਖਾਲਸਾ ਜੀ, ਕਈ ਵੀਰ ਸਾਡੇ ਕੇਸਰੀ ਨਿਸ਼ਾਨ ਦੀ ਤੁਲਨਾ ਤਿਰੰਗੇ ਨਾਲ ਕਰਦੇ ਆ। ਮੈਂ ਇੱਕ ਬੇਨਤੀ ਇਸ ਮੰਚ ਤੋਂ ਇਹ ਵੀ ਕਰਕੇ ਵਾਪਸ ਆਉਣਾ ਚਾਹੁੰਦਾ ਕਿ ਜਿਹੜਾ ਰਾਸ਼ਟਰ ਦਾ ਝੰਡਾ ਹੁੰਦਾ ਹੈ ਨਾ ਕਿਸੇ ਵੀ ਦੇਸ਼ ਦਾ, ਉਹ ਕੇਵਲ ਉਸ ਹੱਦ ਤੱਕ ਹੁੰਦਾ ਹੈ ਜਿੱਥੋਂ ਤੱਕ ਲਕੀਰ ਹੈ, ਜਿੱਥੋਂ ਤੱਕ ਉਹ ਦੇਸ਼ ਹੈ ਉਹ ਸੀਮਤ ਜਿਹਾ ਹੈ। ਭਾਰਤ ਪਹਿਲਾਂ ਵੱਡਾ ਸੀ, ਬੰਗਾਲ ਬਣ ਗਿਆ, ਬੰਗਲਾਦੇਸ਼ ਬਣ ਗਿਆ, ਛੋਟਾ ਹੋ ਗਿਆ। ਕੱਲ ਨੂੰ ਕੀ ਗਰੰਟੀ ਹੈ ਵੀ ਏਡਾ ਰਹਿਣਾ, ਤੇ ਉਵੇਂ ਉਵੇਂ ਝੰਡਾ ਵੀ ਛੋਟਾ ਹੁੰਦਾ ਜਾਣਾ ਹੈ। ਉਹ ਜਿਹੜਾ ਨਿਸ਼ਾਨ ਸਾਨੂੰ ਸਾਡੇ ਗੁਰੂਆਂ ਨੇ ਦਿੱਤਾ ਹੈ, ਇਹ ਝੰਡਾ, ਇਹ ਨਿਸ਼ਾਨ ਸਦੀਵੀ ਹੈ। ਅੱਜ ਵੀ ਨਿਗਾਹ ਮਾਰ ਕੇ ਵੇਖ ਲਓ, ਇੱਕ ਦੇਸ਼ ਦਾ ਝੰਡਾ ਦੂਜੇ ਦੇਸ਼ 'ਚ ਨਹੀਂ ਝੂਲਦਾ, ਪਰ ਜਿਹੜਾ ਸਦੀਵੀ ਝੰਡਾ ਹੈ, ਜਿਹੜਾ ਅਕਾਲੀ ਝੰਡਾ ਹੈ, ਜਿਹੜਾ ਸਾਡਾ ਨਿਸ਼ਾਨ ਹੈ, ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਓ, ਦੁਨੀਆ ਦੇ ਹਰੇਕ ਕੋਨੇ ਵਿੱਚ ਤੁਹਾਨੂੰ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਖਸ਼ਿਆ ਨਿਸ਼ਾਨ ਝੂਲਦਾ ਨਜ਼ਰ ਆਵੇਗਾ। ਇਹਦਾ ਫਰਲਾ ਆਵਾਜ਼ਾਂ ਮਾਰਦਾ ਹੈ, ਜੇ ਕੋਈ ਲੋੜਵੰਦ ਹੈ ਤੇ ਆਓ, ਦਵਾਈ ਬੂਟੀ ਵੀ ਮਿਲੇਗੀ, ਰਹਿਣ ਵਾਸਤੇ ਰਹਿਣ ਬਸੇਰਾ ਮਿਲੇਗਾ, ਭੁੱਖਾ ਹੈ ਤੇ ਰੋਟੀ ਮਿਲੇਗੀ, ਲੰਗਰ ਮਿਲੇਗਾ। ਇਸ ਕਰਕੇ ਇਹਦੀ ਕੋਈ, ਇਸ ਨਿਸ਼ਾਨ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਇੰਨੇ ਕੁ ਖਿੱਤੇ ਦਾ ਹੈ ਤੇ ਇਹਦੀ ਬਰਾਬਰਤਾ ਵੀ ਨਾ ਕਰਿਆ ਕਰੋ ਕਿਸੇ ਝੰਡੇ ਨਾਲ। ਸੋ ਸਾਧ ਸੰਗਤ, ਦੇਸ਼ ਤੇ ਸਾਡਾ ਦੇਸ਼ ਹੀ ਰਹਿਣਾ ਹੈ, ਪਰ ਕੁਝ ਕੁ ਗਿਲੇ ਸਨ, ਮਨ ਭਰਿਆ ਹੋਇਆ ਸੀ, ਤੇ ਮੈਂ ਉਹ ਆਪਣੇ ਗਿਲੇ ਜਿਹੜੇ ਨੇ ਉਹ ਸਮੇਂ ਦੀ ਹਕੂਮਤ ਨਾਲ ਇਸ ਮੰਚ ਤੋਂ ਸਾਂਝੇ ਕੀਤੇ ਨੇ, ਕਿਉਂਕਿ ਪੰਥ ਦੀ ਵੱਡੀ ਸਟੇਜ ਹੈ। ਗੁਰੂ ਕਿਰਪਾ ਕਰੇ ਸਾਡੇ ਘਰ 'ਚ ਵੀ ਚਾਨਣੀ ਹੋਵੇ, ਸਾਡੀ ਕੌਮ ਨੂੰ ਇਨਸਾਫ ਮਿਲੇ, ਤੇ ਫਿਰ ਅਸੀਂ ਵੀ ਮਾਣ ਦੇ ਨਾਲ ਕਹਿ ਸਕਾਂਗੇ ਵੀ ਸੱਚਮੁੱਚ ਇਹ ਦੇਸ਼ ਮਹਾਨ ਹੈ। ਨਹੀਂ ਤੇ ਅਲਾਮਾ ਇਕਬਾਲ ਜਾਂਦਾ ਜਾਂਦਾ ਕਹਿ ਗਿਆ ਸੀ ਕਿ ਮੁੱਦतें बीत गई रंजों गम सहते हुए, अब तो शर्म सी आती है इस वतन को वतन कहते हुए। आओ करो मनोबिरतियां इकागर। इन्ने की शब्द मैं आज़ादी के संबंध च कहने सन। हुण आपां गुरु शब्द के नाल जुड़न का यतन करिए।
ਭਾਈ ਸਾਹਿਬ ਜੀ ਬੜੇ ਪਿਆਰ ਸਤਿਕਾਰ ਨਾਲ ਆਪ ਜੀ ਨੂੰ ਨਾਲ ਗੁਰੂ ਕੀ ਪਾਵਨ ਬਾਣੀ ਦਾ ਪਾਠ ਸਰਵਣ ਕਰਾਉਣਗੇ ਤੇ ਗੁਰੂ ਦੀ ਬਖਸ਼ੀ ਹੋਈ ਮੱਤ ਦੇ ਮੁਤਾਬਕ ਮੈਂ ਵਿਚਾਰ ਕਰਨ ਦਾ ਯਤਨ ਕਰਾਂਗਾ। ਇੱਕ ਵਾਰ ਸਾਰੀ ਸੰਗਤ ਪਿਆਰ ਨਾਲ ਆਖੋ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਅੱਜ ਦਾ ਪਾਵਨ ਪਵਿੱਤਰ ਸ਼ਬਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 672 ਤੇ ਧਨਾਸਰੀ ਰਾਗ ਦੇ ਵਿੱਚ ਸੁਭਾਏਮਾਨ ਹੈ। ਵੱਡੇ ਵੱਡੇ ਰਾਜਨ ਯਾਰ ਭੂਮਨਾ ਤਾਕੀ ਤ੍ਰਿਸ਼ਨ ਨਾ ਬੂਝੀ। ਸਾਹਿਬ ਕਹਿੰਦੇ ਵੀ ਦੁਨੀਆ ਤੇ ਬਹੁਤ ਵੱਡੇ ਵੱਡੇ ਰਾਜੇ ਹੋ ਕੇ ਚਲੇ ਗਏ, ਬਹੁਤ ਵੱਡੇ ਵੱਡੇ ਜ਼ਿਮੀਂਦਾਰ ਜਿਹੜੇ ਭੂਮੀ ਦੇ ਮਾਲਕ ਸਨ ਉਹ ਵੀ ਹੋ ਕੇ ਕਈ ਤੁਰ ਗਏ, ਪਰ ਯਾਦ ਰੱਖਣਾ ਵੀ ਜਿਹੜੀ ਤ੍ਰਿਸ਼ਨਾ ਹੈ ਨਾ ਉਹ ਕਿਸੇ ਟਾਵੇਂ ਦੀ ਬੁੱਝੀ ਹੈ। ਰਾਜ ਕਰਨ ਵਾਲਾ ਇਹ ਸੋਚਦਾ ਹੈ ਵੀ ਮੈਂ ਹੋਰ ਵੱਧ ਰਾਜ ਕਰ ਲਵਾਂ, ਰਾਜ ਕਰ ਕਰਕੇ ਉਹ ਥੱਕਿਆ ਨਹੀਂ। ਤੇ ਜਿਹੜਾ ਕੋਈ ਭੂਮੀ ਦਾ ਮਾਲਕ ਹੈ ਉਹ ਚਾਹੁੰਦਾ ਹੈ ਵੀ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਹੋਰ ਆਪਣੀ ਜਾਇਦਾਦ ਬਣਾਈ ਜਾਵਾਂ। ਇਹਦਾ ਮਤਲਬ ਇਹ ਨਹੀਂ ਵੀ ਰਾਜ ਨਹੀਂ ਕਰਨਾ ਚਾਹੀਦਾ ਤੇ ਜਾਂ ਸਾਡੇ ਕੋਲ ਸਾਡੀ ਜ਼ਮੀਨ ਜਾਇਦਾਦ ਨਹੀਂ ਚਾਹੀਦੀ। ਸਿੱਖ ਨੂੰ ਕਲਗੀਆਂ ਵਾਲੇ ਨੇ ਬਾਦਸ਼ਾਹ ਬਣਾਇਆ ਹੈ। ਜੇ ਪਾਤਸ਼ਾਹ ਸਾਡਾ ਬਾਦਸ਼ਾਹ ਸੀ, ਉਹਨਾਂ ਨੇ ਸਾਨੂੰ ਸਰੂਪ ਵੀ ਬਾਦਸ਼ਾਹਾਂ ਵਾਲਾ ਦਿੱਤਾ ਹੈ। ਪਰ ਜਿਹੜੀ ਤ੍ਰਿਸ਼ਨਾ ਹੈ ਨਾ ਇਹ ਮਾੜੀ ਹੈ ਸਾਧ ਸੰਗਤ। ਉਹਦਾ ਹੰਕਾਰ ਕਰਨਾ ਮਾੜਾ ਹੈ ਵੀ ਮੇਰੇ ਕੋਲ ਇੰਨੀ ਜਾਇਦਾਦ ਹੈ, ਮੈਂ ਇੰਨੇ ਰਾਜ ਭਾਗ ਦਾ ਮਾਲਕ ਹਾਂ। ਤੇ ਜਿੰਨੇ ਹੰਕਾਰ ਕਰ ਲਿਆ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹ ਦੁਨੀਆ ਦੇ ਲੋਕੋ ਤ੍ਰਿਸ਼ਨਾ ਤੇ ਕਦੇ ਵੀ ਕਿਸੇ ਦੀ ਬੁੱਝੀ ਨਹੀਂ ਹੈ। ਲਪਟ ਰਹੀ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਜੀ। ਸਾਹਿਬ ਜੀ ਦੂਸਰੀ ਪੰਕਤੀ ਵਿੱਚ ਬਚਨ ਕਰਦੇ ਨੇ ਕਿ ਇਹੋ ਜਿਹੇ ਲੋਕ ਜਿਹੜੇ ਤ੍ਰਿਸ਼ਨਾ ਨੂੰ ਸਿਰ ਤੇ ਚੱਕੀ ਫਿਰਦੇ ਆ ਨਾ, ਉਹ ਰਾਤ ਦਿਨ ਮਾਇਆ ਦੇ ਅੰਦਰ ਲਪਟੇ ਰਹਿੰਦੇ ਆ। ਲਪਟ ਰਹੇ ਮਾਇਆ ਰੰਗ ਮਾਤੇ, ਉਹ ਮੱਤੇ ਗਏ ਮਾਇਆ 'ਚ, ਗਲਤਾਨ ਹੋ ਗਏ। ਲੋਚਨ ਕਛੂ ਨਾ ਸੂਝੀ। ਤੇ ਸਾਧ ਸੰਗਤ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ ਕਿ ਅਜੇ ਆਪੇ ਦੀ ਸਮਝ ਨਹੀਂ ਪਈ, ਅਜੇ ਪਛਾਣਿਆ ਨਹੀਂ ਵੀ ਅਸਲ ਕੀ ਹੈ। ਅਸਲ ਦੇ ਨਾਲੋਂ ਖੁੰਝ ਗਏ, ਨਾਮ ਨਾਲੋਂ ਟੁੱਟ ਗਏ। ਤੇ ਜਿਹੜੀ ਇੱਛਾ ਵਾ ਨਾ ਅਜੇ ਵੀ, ਜਿਹੜੀ ਲੋਚਾ ਵਾ ਉਹ ਅਜੇ ਵੀ ਪੂਰੀ ਨਹੀਂ ਹੋਈ। ਰਾਜ ਭਾਗ ਦੇ ਮਾਲਕ ਬਣ ਗਏ, ਮਹਾਰਾਜ ਕਹਿੰਦੇ ਵੀ ਭੂਮੀ ਜਾਇਦਾਦ ਦੇ ਮਾਲਕ ਬਣ ਗਏ ਤੇ ਅਜੇ ਵੀ ਬੰਦਾ ਭੱਜਾ ਹੀ ਫਿਰਦਾ ਹੈ, ਹੋਰ ਆ ਜੇ। ਤ੍ਰਿਸ਼ਨਾ 'ਚ ਇੰਨਾ ਕੁ ਗਲਤਾਨ ਹੋ ਗਿਆ ਵੀ ਭੱਜ ਕੇ ਅੱਕਿਆ ਨਹੀਂ, ਅਜੇ ਥੱਕਿਆ ਨਹੀਂ, ਭੱਜਾ ਹੀ ਫਿਰਦਾ ਹੈ। ਮਾਇਆ ਦੌੜਾਈ ਫਿਰਦੀ ਹੈ, ਤ੍ਰਿਸ਼ਨਾ ਦੀ ਆੜ 'ਚ ਦੌੜਿਆ ਫਿਰਦਾ ਹੈ। ਤੇ ਸਾਹਿਬ ਕਹਿੰਦੇ ਇਹਦੀ ਜਿਹੜੀ ਪਿਆਸ ਹੈ ਨਾ ਉਹ ਬੁੱਝਦੀ ਨਹੀਂ ਹੈ। ਦੇਖਿਆ ਮਹਿ ਕਿ ਨਹੀਂ ਤ੍ਰਿਪਤ ਨਾ ਪਾਈ। ਅਗਲੀ ਪੰਕਤੀ 'ਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਵੀ ਵਿਖਿਆ ਮੈਂ। ਵਿਖਿਆ ਦਾ ਅਰਥ ਹੈ ਬਿਖ, ਜ਼ਹਿਰ, ਜਿਹੜਾ ਵਿਸ਼ੇ ਵਕਾਰਾਂ ਦਾ ਜ਼ਹਿਰ ਹੈ। ਸਾਹਿਬ ਕਹਿੰਦੇ ਵੀ ਇਹ ਜ਼ਹਿਰ ਨੂੰ ਅੰਦਰ ਪਾਲ ਕੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜਾ ਹੈ, ਸਤਿਗੁਰੂ ਜੀ ਕਹਿੰਦੇ ਵੀ ਕਿੰਨਾ ਵੀ ਮਨੁੱਖ ਵਿਸ਼ੇ ਵਕਾਰਾਂ ਦੇ ਜ਼ਹਿਰ ਨੂੰ ਆਪਣੇ ਅੰਦਰ ਇਕੱਠਾ ਕਰ ਲਵੇ, ਕਿੰਨ ਹੀ ਤ੍ਰਿਪਤ ਨਾ ਪਾਈ। ਬੰਦਾ ਕਦੇ ਤ੍ਰਿਪਤ ਨਹੀਂ ਹੋ ਸਕਦਾ ਜਿੰਨਾ ਚਿਰ ਇਹ ਪੰਜ ਵਕਾਰ ਸਾਡੇ ਅੰਦਰ ਬੈਠੇ, ਕਿਉਂਕਿ ਇਹਨਾਂ ਨੇ ਰੱਬ ਵੇਖਣ ਹੀ ਨਹੀਂ ਦੇਣਾ। ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਇੱਕ ਪੰਡਤ ਆਇਆ ਤੇ ਕਹਿੰਦਾ, ਮਹਾਰਾਜ ਤੁਸੀਂ ਵਾਰ-ਵਾਰ ਤੁਹਾਡੀ ਬਾਣੀ ਰੱਬ ਦੀ ਗੱਲ ਕਰਦੀ, ਰੱਬ ਵੇਖਿਆ ਕਿਸੇ? ਮਹਾਰਾਜ ਕਹਿੰਦੇ ਸ਼ਾਮਾਂ ਨੂੰ ਆਈ। ਸ਼ਾਮੀ ਆਇਆ, ਉਹਦਾ ਸਵਾਲ ਫੇਰ ਉਹੀ ਹੈ। ਗੁਰੂ ਸਾਹਿਬ ਕਹਿੰਦੇ ਰਾਤ ਨੂੰ ਜਵਾਬ ਦੇਾਂਗੇ। ਰਾਤ ਪਈ, ਤਾਰੇ ਚੜੇ, ਚੰਦਰਮਾ ਚੜਿਆ, ਉਹ ਪੰਡਿਤ ਵੀ ਆ ਗਿਆ ਤੇ ਉਹਦਾ ਸਵਾਲ ਉੱਥੇ ਹੀ ਖੜਾ ਹੈ। ਸਾਹਿਬ ਕਹਿੰਦੇ ਸਿੱਖਾਂ ਨੂੰ ਵੀ ਜਾਓ 2 ਜਲ ਦੇ ਘੜੇ ਭਰ ਕੇ ਲਿਆਓ। ਘੜੇ ਭਰ ਕੇ ਲਿਆਂਦੇ ਗਏ। ਇੱਕ ਦੇ ਵਿੱਚ ਮਹਾਰਾਜ ਨੇ ਕਿਹਾ ਵੀ ਇੰਜ ਕਰੋ, ਅੱਧਾ ਕੁ ਬਾਟਾ ਮਿੱਟੀ ਦਾ ਸਿੱਟ ਦਿਓ। ਮਿੱਟੀ ਪਾ ਦਿੱਤੀ ਗਈ ਤੇ ਦੂਜੇ 'ਚ ਬਿਲਕੁਲ ਜਲ ਹੈ, ਨਰੋਲ। ਹੁਣ ਚੰਦਰਮਾ ਦੀ ਚਾਨਣੀ ਦਾ ਜਿਹੜਾ ਪ੍ਰਕਾਸ਼ ਹੈ ਉਹ ਜਿਹਦੇ 'ਚ ਕੱਲਾ ਪਾਣੀ ਹੈ, ਸਾਫ਼ ਹੈ ਜਿਹੜਾ ਘੜਾ ਪਾਣੀ ਨਾਲ, ਉਹਦੇ 'ਚ ਤੇ ਉਹਦਾ ਪ੍ਰਕਾਸ਼ ਦਿਖਾਈ ਦੇ ਰਿਹਾ, ਪਰ ਜਿਹਦੇ 'ਚ ਮਿੱਟੀ ਹੈ ਉਹ 'ਚ ਦਿਖਾਈ ਨਹੀਂ ਦੇ ਰਿਹਾ। ਤੇ ਪੰਡਿਤ ਨੂੰ ਸਤਿਗੁਰੂ ਮਹਾਰਾਜ ਕਹਿਣ ਲੱਗੇ ਵੀ ਪੰਡਿਤ ਜੀ ਦੋਵਾਂ ਘੜਿਆਂ 'ਚ ਨਿਗਾਹ ਮਾਰ ਕੇ ਵੇਖੋ, ਉਹ ਚੰਦਰਮਾ ਦਾ ਕੋਈ ਪ੍ਰਕਾਸ਼ ਦਿਸਦਾ?
ਉਹ ਵੇਖ ਕੇ ਕਹਿਣ ਲੱਗਾ ਮਹਾਰਾਜ ਜਿਹਦੇ 'ਚ ਮਿੱਟੀ ਉਹਦੇ 'ਚ ਨਹੀਂ ਦਿਸਦਾ ਤੇ ਜਿਹੜਾ ਸਾਫ਼ ਉਹਦੇ 'ਚ ਦਿਸਦਾ ਹੈ। ਸਾਹਿਬ ਕਹਿੰਦੇ ਫਿਰ ਇਹੀ ਤੇਰੇ ਸਵਾਲ ਦਾ ਜਵਾਬ ਹੈ। ਅਸੀਂ ਮਿੱਟੀ ਨਾਲ ਤੇ ਆਪਣਾ ਤਨ ਭਰਿਆ ਹੋਇਆ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਚੁਗਲੀ ਨਿੰਦਿਆ ਈਰਖਾ ਇਹ ਵਿਸ਼ੇ ਵਿਕਾਰਾਂ ਦਾ ਜ਼ਹਿਰ ਹੈ ਜਿਹੜੀ ਮਿੱਟੀ ਸਾਡੇ ਅੰਦਰ ਭਰੀ ਪਈ ਹੈ। ਤੇ ਮਹਾਰਾਜ ਕਹਿੰਦੇ ਰੱਬ ਕਿੱਥੇ ਦਿਸਣਾ ਹੈ? ਪਰਦਾ ਤੇ ਅਸੀਂ ਪਾ ਲਿਆ ਵਿਕਾਰਾਂ ਦਾ, ਤੇ ਦੂਜੇ 'ਚ ਵਿਕਾਰ ਕੋਈ ਨਹੀਂ, ਸਾਫ਼ ਹੈ, ਨਿਰੋਲ ਹੈ। ਮਹਾਰਾਜ ਕਹਿੰਦੇ ਇੱਥੇ ਪ੍ਰਕਾਸ਼ ਦਿਸ ਰਿਹਾ ਹੈ। ਜਿਸ ਬੰਦੇ ਨੇ ਆਪਣੇ ਗਿਆਨ ਇੰਦਰੀਆਂ ਤੇ ਕਾਬੂ ਪਾ ਲਿਆ, ਜਿਨੇ ਆਪਣੀ ਜ਼ਿੰਦਗੀ ਚੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਖਤਮ ਕਰ ਦਿੱਤਾ, ਹਜੂਰ ਕਹਿਣ ਲੱਗੇ ਵੀ ਉਸ ਵੇਲੇ ਸਮਝ ਲਓ ਵੀ ਉਹ ਰੱਬ ਨਾਲ ਇੱਕਮਿਕ ਹੋ ਜਾਂਦਾ ਹੈ। ਫਿਰ ਉਹ ਇਦਾਂ ਦੇ ਸਵਾਲ ਨਹੀਂ ਕਰਦਾ ਵੀ ਰੱਬ ਹੈ। ਪਰ ਸਾਹਿਬ ਕਹਿੰਦੇ ਜਿੰਨਾ ਚਿਰ ਵਿਸ਼ੇ ਵਿਕਾਰ ਆ ਨਾ, ਜਿੰਨਾ ਚਿਰ ਤ੍ਰਿਸ਼ਨਾ 'ਚ ਅਸੀਂ ਫਸੇ ਹੋਏ ਆ, ਉਹਨਾਂ ਚਿਰ ਬੰਦਾ ਸੰਸਾਰ ਤੇ ਕਦੇ ਵੀ ਤ੍ਰਿਪਤ ਨਹੀਂ ਹੋ ਸਕਦਾ। ਜਿਉ ਪਾਵਕ ਈਦਨ ਨਹੀਂ ਧਰਾਪੈ, ਬਿਨ ਹਰ ਕਹਾ ਅਗਾਈ। ਬੰਦਾ ਏਦਾਂ ਨਹੀਂ ਤ੍ਰਿਪਤ ਹੁੰਦਾ। ਮਹਾਰਾਜ ਕਹਿੰਦੇ ਜਿਵੇਂ ਅੱਗ ਰੱਜਦੀ ਨਹੀਂ ਨਾ, ਜਿੰਨਾ ਮਰਜੀ ਬਾਲਣ ਸਿੱਟੀ ਜਾਓ, ਕਦੇ ਅੱਗ ਨੇ ਕਿਹਾ ਵੀ ਮੈਨੂੰ ਹੋਰ ਬਾਲਣ ਦੀ ਲੋੜ ਨਹੀਂ। ਜਿਉਂ ਪਾਵਕ ਈਂਧਨ ਨਹੀਂ ਧਰਾਪੈ, ਮਹਾਰਾਜ ਕਹਿੰਦੇ ਜਿਵੇਂ ਅੱਗ ਨਹੀਂ ਤ੍ਰਿਪਤ ਹੁੰਦੀ, ਉਹ ਕਹਿੰਦੀ ਜਿੰਨਾ ਮਰਜੀ ਬਾਲਣ ਆਵੇ। ਉਹ ਸਾਧ ਸੰਗਤ ਸਤਿਗੁਰੂ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਬਿਨ ਹਰ ਕਹਾਂ ਅਕਾਈ, ਕਿ ਰੱਬ ਦੇ ਨਾਮ ਤੋਂ ਬਗੈਰ, ਰੱਬ ਦਾ ਸ਼ੁਕਰ ਕਰਨ ਤੋਂ ਬਗੈਰ, ਆਪਣੇ ਦਾਮਨ ਨੂੰ ਸਾਫ਼ ਕਰਨ ਤੋਂ ਬਗੈਰ, ਸਤਿਗੁਰੂ ਮਹਾਰਾਜ ਕਹਿੰਦੇ ਐ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਬਿਨਾ ਬੰਦਾ ਤ੍ਰਿਪਤ ਸੰਤੋਖੀ ਨਹੀਂ ਹੋ ਸਕਦਾ। ਰਹਾਉ। ਫਿਰ ਅੱਗੇ ਮਹਾਰਾਜ ਨੇ ਵਿਸ਼ਰਾਮ ਦਿੱਤਾ ਪਿਆਰ ਨਾਲ। ਰਹਾਉ ਦਾ ਅਰਥ ਹੁੰਦਾ ਠਹਿਰਨਾ। ਖਾਲਸਾ ਜੀ ਮੈਂ ਬੇਨਤੀ ਕਰਾਂਗਾ ਬਾਣੀ ਸਹਿਜ ਨਾਲ ਪੜਿਆ ਕਰੋ। ਜਿਹੜੇ ਆਪ ਸਹਿਜ ਪਾਠ ਕਰਦੇ ਆ ਨਾ, ਉਹ ਮੇਰੀ ਬੇਨਤੀ ਹੈ। ਕਈ ਵਾਰ ਅਸੀਂ ਕਹਿ ਦਿੰਦੇ ਆ ਗਿਆਨੀ ਜੀ ਮੈਂ ਇੱਕ ਦਿਨ 'ਚ ਇੰਨੇ ਪਾਠ ਕਰਦਾ ਵਾਂ। ਵੱਧ ਪਾਠ ਕਰਨਾ ਚੰਗੀ ਗੱਲ ਆ, ਪਰ ਬਾਣੀ ਦਾ ਬਚਨ ਹੈ ਹਰ ਕਾ ਬਿਲੋਵ ਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਇਦਾਂ ਸਹਿਜ ਨਾਲ ਵੀ ਤਤ ਹੱਥ 'ਚ ਆ ਜੇ, ਸਮਝ ਪੈ ਜਾਵੇ ਵੀ ਬਾਣੀ ਕਹਿ ਕੀ ਰਹੀ ਹੈ। ਸੋ ਇਸ ਕਰਕੇ ਬਾਣੀ ਰੁਕ ਰੁਕ ਕੇ, ਮੁਸਕਰਾ ਕੇ, ਠਹਿਰ ਕੇ ਪੜ੍ਹਨੀ ਚਾਹੀਦੀ ਹੈ। ਅਨੇਕਾਂ ਰਹਾਓ ਗੁਰੂ ਸਾਹਿਬ ਨੇ ਬਾਣੀ 'ਚ ਇਸੇ ਕਰਕੇ ਲਾਏ ਨੇ ਵੀ ਰੁਕ ਜਾਓ, ਇਸ ਗੱਲ ਨੂੰ ਸਮਝ ਲਓ। ਦਿਨ ਦਿਨ ਕਰਤ ਭੋਜਨ ਬਹੁ ਬਿੰਜਨਾ, ਤਾਕੀ ਮਿਟੈ ਨਾ ਭੂਖਾ। ਫਿਰ ਅੱਗੇ ਮਹਾਰਾਜ ਕਹਿੰਦੇ ਵੀ ਬੰਦੇ ਦੇ ਅੰਦਰ ਤ੍ਰਿਸ਼ਨਾ ਇੰਨੀ ਹੈ, ਕਈਆਂ ਨੂੰ ਖਾਣ ਦੀ ਤ੍ਰਿਸ਼ਨਾ ਬੜੀ ਹੁੰਦੀ, ਉਹ ਰੱਜਦੇ ਹੀ ਨਹੀਂ। ਜੀਭ ਦਾ ਚਸਕਾ ਹੈ ਨਾ। ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਮਹਾਰਾਜ ਕਹਿੰਦੇ ਅਨੇਕਾਂ ਤਰ੍ਹਾਂ ਦੇ ਸਵਾਦਲੇ ਭੋਜਨਾਂ 'ਚ ਮਸਤ ਰਹਿੰਦੇ ਆ। ਕਈ ਵਾਰ ਢਿੱਡ ਰੱਜਿਆ ਹੁੰਦਾ ਬੰਦੇ ਦਾ, ਪਰ ਆ ਜਿਹੜਾ ਜ਼ੁਬਾਨ ਦਾ ਚਸਕਾ ਇਹ ਨਹੀਂ ਰੱਜਿਆ ਹੁੰਦਾ। ਮੈਂ ਖਾ ਨਾ ਲਵਾਂ ਥੋੜਾ ਜਿਹਾ। ਵੈਸੇ ਡਾਕਟਰ ਕਹਿੰਦੇ ਸਾਧ ਸੰਗਤ ਵੀ ਸ਼ਾਮੀ 4-5 ਵਜੇ ਤੋਂ ਬਾਅਦ ਕੁਝ ਨਹੀਂ ਖਾਣਾ ਚਾਹੀਦਾ, ਕਿਉਂਕਿ 8 ਘੰਟੇ ਲੱਗਦੇ ਇੱਕ ਵਾਰ ਕੁਝ ਖਾਈਏ ਤੇ ਉਹਨੂੰ ਪਚਣ ਵਾਸਤੇ। ਤੇ ਸਾਡੇ ਸਤਿਗੁਰੂ ਨੇ ਵੈਸੇ ਵੀ ਸਾਨੂੰ ਦਸਮ ਪਾਤਸ਼ਾਹ ਨੇ ਕਿਹਾ ਹੈ ਕਿ ਅਲਪ ਆਹਾਰ ਸੁਲਪ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ। ਥੋੜਾ ਸਮੇਂ ਥੋੜਾ ਹੀ ਖਾਵੇ, ਗੁਰਮੁਖ ਸੋਈ ਸਹਿਜ ਸਮਾਵੇ। ਪਰ ਕਈਆਂ ਬੰਦਿਆਂ ਨੂੰ ਖਾਣ ਦਾ ਬੜਾ ਚਸਕਾ ਹੁੰਦਾ। ਮਹਾਰਾਜ ਕਹਿੰਦੇ ਉਹ ਖਾਈ ਜਾਂਦੇ ਤਰ੍ਹਾਂ ਤਰ੍ਹਾਂ ਦਾ ਭੋਜਨ, ਪਰ ਤਾਂ ਕਿ ਮਿਟੇ ਨਾ ਭੂਖਾ। ਜ਼ੁਬਾਨ ਤੇ ਰੱਜ ਜਾਂਦੀ, ਪਰ ਕਈ ਵਾਰ ਮਨ ਰੱਜਦਾ ਹੀ ਨਹੀਂ, ਅਜੇ ਵੀ ਭੁੱਖ ਦੂਰ ਨਹੀਂ ਹੁੰਦੀ ਹੈ। ਉਦਮ ਕਰੈ ਸੁਆਨ ਕੀ ਨਿਆਈ, ਚਾਰੇ ਕੁੰਟਾ ਕੋਖਾ। ਤੇ ਮਹਾਰਾਜ ਕਹਿੰਦੇ ਫਿਰ ਸਵਾਨ ਦਾ ਅਰਥ ਹੈ ਕੂਕਰ, ਕੁੱਤਾ। ਇਹ ਸਾਧ ਸੰਗਤ ਫਾਰਸੀ ਦਾ ਸ਼ਬਦ ਹੈ, ਸੱਗ ਤੋਂ ਬਣਿਆ ਹੋਇਆ ਸਵਾਨ। ਮਹਾਰਾਜ ਕਹਿੰਦੇ ਬੰਦਾ ਫਿਰ ਨਾ ਤ੍ਰਿਸ਼ਨਾ ਦੀ ਦੌੜ 'ਚ ਕੁੱਤੇ ਵਾਂਗੂ ਤੁਰਿਆ ਫਿਰਦਾ ਹੈ। ਹੁਣ ਵੇਖੋ ਆਪਾਂ ਕਿਸੇ ਨੂੰ ਕਹੀਏ ਉਦਾਂ ਵੀ ਤੂੰ ਐਵੇਂ ਕੁੱਤਿਆਂ ਵਾਂਗੂ ਤੁਰਿਆ ਫਿਰਦਾ ਹੈ, ਤੇ ਸਾਧ ਸੰਗਤ ਜੀ ਗੁੱਸਾ ਲੱਗਦਾ ਨਾ। ਪਰ ਬਾਣੀ ਸਮਝਾ ਰਹੀ ਆ ਵੀ ਤ੍ਰਿਸ਼ਨਾ ਦੇ ਅਧੀਨ ਬੰਦਿਆ ਤੂੰ ਇੰਨਾ ਕੁ ਤੁਰ ਰਿਹਾ ਹੈ ਕਿ ਤੂੰ ਅਜੇ ਤ੍ਰਿਪਤ ਹੀ ਨਹੀਂ ਹੋਇਆ, ਨਾ ਬਹੁਤੀ ਭੂਮੀ ਨਾਲ, ਨਾ ਬਹੁਤੀ ਮਾਇਆ ਨਾਲ, ਨਾ ਰਾਜ ਭਾਗ ਨਾਲ, ਨਾ ਭੋਜਨ ਕਰ ਕਰਕੇ। ਤੇ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਆ ਕਿ ਅਜੇ ਵੀ ਉਦਮ ਕਰੀ ਜਾਂਦਾ ਹੈ, ਕੁਰੀ ਜਾਂਦਾ ਹੈ, ਭੱਜਾ ਹੀ ਫਿਰਦਾ ਹੈ, ਕੂਕਰ ਵਾਂਗੂ ਭੱਜਾ ਹੀ ਫਿਰਦਾ ਹੈ, ਕਦੀ ਇੱਧਰ ਕਦੀ ਉੱਧਰ, ਕਦੀ ਸੱਜੇ ਕਦੀ ਖੱਬੇ।
ਚਾਰਾਂ ਕੁੰਟਾਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚਾਰਾਂ ਦਿਸ਼ਾਵਾਂ 'ਚ ਤੁਰਿਆ ਫਿਰਦਾ ਹੈ। ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰਹਿ ਜੋਹ ਨਾ ਚੁਕਾ। ਫਿਰ ਜੀਵ ਦੇ ਸਵਾਦ ਤੋਂ ਬਾਅਦ ਕਾਮ ਦੀ ਗੱਲ ਕੀਤੀ ਮਹਾਰਾਜ ਨੇ। ਕਹਿੰਦੇ ਇੱਕ ਮਨੁੱਖ ਦੀਆਂ ਕਿੰਨੀਆਂ ਵੀ ਇਸਤਰੀਆਂ ਹੋਣ, ਕਿਉਂਕਿ ਪਹਿਲੇ ਸਮਿਆਂ 'ਚ ਬਹੁਤੇ ਵਿਆਹ ਹੁੰਦੇ ਸਨ, ਪਰ ਵੈਸੇ ਸਾਨੂੰ ਏਕਾ ਨਾਰੀ ਜਤੀ ਹੋਏ ਦਾ ਸਿਧਾਂਤ ਸਾਡੇ ਪਾਤਸ਼ਾਹ ਨੇ ਬਖਸ਼ਿਆ ਹੈ। ਭਾਈ ਸਾਹਿਬ ਭਾਈ ਗੁਰਦਾਸ ਨੇ ਤੇ ਇੱਥੋਂ ਤੱਕ ਲਿਖਿਆ ਵੀ ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ। ਪਰ ਮੰਨ ਲਓ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਵੀ ਜਿਹੜਾ ਕਾਮੀ ਬੰਦਾ ਹੋ ਗਿਆ ਨਾ, ਕਾਮੀ, ਉਹਦੀਆਂ ਬਹੁਤੀਆਂ ਹੀ ਇਸਤਰੀਆਂ ਕਿਉਂ ਨਾ ਹੋਣ। ਕਾਮਵੰਤ ਕਾਮੀ ਬਹੁ ਨਾਰੀ, ਪਰਗਰੇ ਜੋ ਨਾ ਚੂਕੇ। ਪਰ ਜਿਹਨੂੰ ਕਾਮ ਦਾ ਚਸਕਾ ਪੈ ਗਿਆ ਨਾ, ਉਹ ਅਜੇ ਵੀ ਇੱਧਰ ਉੱਧਰ ਨਿਗਾਹ ਮਾਰੀ ਜਾਂਦਾ ਹੈ, ਪਰਾਇਆ ਤਨ ਤੱਕੀ ਜਾਂਦਾ ਹੈ। ਮਹਾਰਾਜ ਕਹਿੰਦੇ ਆ ਜਿਹੜੀਆਂ ਅੱਖਾਂ ਐ, ਇਹਨਾਂ ਦੇ ਨਾਲ ਜਿਹਦੇ ਨਾਲ ਰੱਬ ਨੂੰ ਵੇਖਣਾ ਸੀ ਹਰ ਇੱਕ ਦੇ ਅੰਦਰੋਂ, ਇਹ ਪਰਾਇਆ ਤਨ ਤੱਕਿਆ ਤੇ ਇਸ ਤਰੀਕੇ ਨਾਲ ਕਾਮ ਦੇ ਵਿੱਚ ਇੰਨਾ ਕੁ ਮਸਤ ਹੋ ਗਿਆ, ਅਧੀਨ ਹੋ ਗਿਆ। ਦਿਨ ਪ੍ਰਤ ਕਰੈ ਕਰੈ ਪਛੁਤਾਪਾ, ਸੋਗ ਲੋਭ ਮਹਿ ਸੂਕਾ। ਸੱਚੇ ਪਾਤਸ਼ਾਹ ਕਹਿੰਦੇ ਦਿਨ ਪ੍ਰਤੀ ਦਿਨ, ਹਰ ਦਿਨ ਇਹ ਪਾਪ ਕਰੀ ਜਾਂਦਾ ਹੈ, ਕਰੀ ਜਾਂਦਾ ਹੈ, ਪਰ ਇੱਕ ਦਿਨ ਫਿਰ ਪਛਤਾਉਣਾ ਵੀ ਪੈਂਦਾ ਹੈ। ਸਾਡਾ ਪਾਤਸ਼ਾਹ ਕਿੰਨਾ ਬੇਅੰਤ ਸਾਧ ਸੰਗਤ, ਜਿਹੜੇ ਰੋਗ ਅੱਜ ਲਾ ਇਲਾਜ ਨੇ, ਸਾਡੇ ਪਾਤਸ਼ਾਹ ਨੇ 350 ਸਾਲ ਪਹਿਲਾਂ ਕਹਿਤਾ ਤੇ ਬੱਜਰ ਕ੍ਰਹਿਤਾਂ 'ਚ ਇਸ ਚੀਜ਼ ਨੂੰ ਸ਼ਾਮਲ ਕਰ ਦਿੱਤਾ ਕਿ ਜਿੱਥੇ ਸਾਧ ਸੰਗਤ ਜੀ ਇਹ ਬਚਨ ਕੀਤਾ ਵੀ ਤਮਾਕੂ ਨਹੀਂ ਵਰਤਣਾ, ਕੇਸਾਂ ਦੀ ਬੇਅਦਬੀ, ਜਿੱਥੇ ਕੁੱਠਾ ਮਾਸ ਨਹੀਂ ਖਾਣਾ, ਉੱਥੇ ਨਾਲ ਇਹ ਵੀ ਬਚਨ ਕਹਿ ਦਿੱਤਾ ਕਿ ਪਰਤਨਗਾਮੀ ਨਹੀਂ ਹੋਣਾ। ਇਹਦਾ ਮਤਲਬ ਜਿਹੜੀ ਗੱਲ ਅੱਜ ਡਾਕਟਰ ਕਹਿ ਰਹੇ ਨੇ, ਸਾਡੇ ਗੁਰੂ ਨੇ ਇਸ ਕੁੰਭੀ ਨਰਕ ਚੋਂ ਕਿੰਨਾ ਚਿਰ ਪਹਿਲਾਂ ਬਚਾ ਲਿਆ ਸਾਨੂੰ। ਜੈਸਾ ਸੰਗ ਬਿਸ਼ੀਅਰ ਸਿਉ ਹੈ ਰੇ, ਤੈਸੇ ਹੀ ਇਹ ਪਰਗਰੇ। ਬਾਣੀ ਕਹਿੰਦੀ ਜਿੱਦਾਂ ਦਾ ਸੰਗ ਆਪਾਂ ਜ਼ਹਿਰ ਨਾਲ ਕਰਦੇ ਆ ਨਾ, ਸੱਪ ਨਾਲ ਬੰਦਾ ਕਰਦਾ ਹੈ, ਤੇ ਸਾਧ ਸੰਗਤ ਜੀ ਅਖੀਰੀ ਪਛਤਾਉਣਾ ਪੈਂਦਾ, ਇਦਾਂ ਹੀ ਪਰਗਰੇ ਹੈ। ਮਹਾਰਾਜ ਨੇ ਸਾਨੂੰ ਗ੍ਰਿਸ਼ਤੀ ਬਣਾਇਆ। ਵੇਖੋ ਸਤਿਗੁਰੂ ਨੇ ਗ੍ਰਿਸ਼ਤ ਨੂੰ ਪ੍ਰਮੁਖਤਾ ਦਿੱਤੀ ਮਹਾਰਾਜ ਨੇ, ਤੇ ਭਾਈ ਗੁਰਦਾਸ ਨੇ ਇੱਥੋਂ ਤੱਕ ਕਿਹਾ ਸਗਲ ਧਰਮ ਮੈਂ ਗ੍ਰਿਸ਼ਤ ਪ੍ਰਧਾਨ ਹੈ। ਤੋ ਸਾਹਿਬ ਜੀ ਕਹਿੰਦੇ ਇਦਾਂ ਫਿਰ ਬੰਦਾ ਕਾਮ ਦੇ ਅਧੀਨ ਹੋ ਕੇ ਤੁਰਿਆ ਫਿਰਦਾ ਹੈ। ਜਿੱਦਨ ਸੱਚ ਦੁਨੀਆ ਦੇ ਸਾਹਮਣੇ ਆਉਂਦਾ ਹੈ ਨਾ, ਉਦਨ ਫਿਰ ਪਛਤਾਉਂਦਾ ਹੈ ਵੀ ਮੈਂ ਇਹ ਗਲਤੀ ਕਰ ਕਿਉਂ ਬੈਠਾ, ਫਿਰ ਪਛਤਾਵਾ ਕਰਦਾ ਹੈ। ਹਰ ਹਰ ਨਾਮ ਅਪਾਰ ਅਮੁੱਲਾ, ਅੰਮ੍ਰਿਤ ਏਕ ਨਿਧਾਨਾ। ਸਾਹਿਬ ਕਹਿੰਦੇ ਵੀ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਨਾ, ਵਾਹਿਗੁਰੂ ਅਕਾਲ ਪੁਰਖ ਦਾ ਨਾਮ, ਇਹ ਬਹੁਤ ਮਹਾਨ ਹੈ, ਅਮੋਲਕ ਹੈ। ਇਹਦਾ ਕੋਈ ਮੁੱਲ ਦਿੱਤਾ ਹੀ ਨਹੀਂ ਜਾ ਸਕਦਾ, ਅਮੋਲਕ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਐ ਅੰਮ੍ਰਿਤ ਏਕ ਨਿਧਾਨਾ, ਇਹ ਅੰਮ੍ਰਿਤ ਦਾ ਖਜ਼ਾਨਾ ਹੈ ਜਿਹੜਾ ਪਰਮੇਸ਼ਰ ਦਾ ਨਾਮ ਹੈ। ਜਿੱਦਨ ਅੰਮ੍ਰਿਤ ਜ਼ਿੰਦਗੀ 'ਚ ਪੈਦਾ ਹੋ ਗਿਆ, ਉਦਨ ਜ਼ਹਿਰ ਤੋਂ ਬਚ ਜਾਵਾਂਗੇ। ਉਦਨ ਫਿਰ ਵਿਸ਼ੇ ਵਿਕਾਰਾਂ ਤੋਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬੰਦਾ ਬਚ ਸਕਦਾ ਹੈ। ਸੁਖ ਸਹਿਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ। ਤੇ ਮਹਾਰਾਜ ਅਖੀਰ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੇ ਨਾਂ ਦੀ ਮੋਹਰ ਲਾ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਹੜਾ ਰੱਬ ਦਾ ਨਾਮ ਹੈ ਉਹ ਗੁਰੂ ਨਾਲ ਜੁੜ ਕੇ ਹੀ ਜਾਣਿਆ ਜਾ ਸਕਦਾ ਹੈ। ਇਹ ਗੁਰੂ ਨੇ ਦੱਸਣਾ ਹੈ ਵੀ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਕਿੱਡਾ ਮਹਾਨ ਹੈ। ਤੇ ਗੁਰੂ ਦੱਸੇਗਾ ਉਦੋਂ ਜਦੋਂ ਗੁਰਮੁਖ ਬਣਾਂਗੇ, ਜਦੋਂ ਮੁਖ ਗੁਰੂ ਵੱਲ ਹੋਏਗਾ। ਤੇ ਜਿਹਦੀ ਜ਼ਿੰਦਗੀ 'ਚ ਨਾਮ ਆ ਗਿਆ, ਉਹਦੀ ਜ਼ਿੰਦਗੀ 'ਚ ਫਿਰ ਸੁੱਖ ਵੀ ਆ ਜਾਂਦੇ। ਕਿਉਂਕਿ ਜਦੋਂ ਵਕਾਰ ਹੀ ਨਾ ਰਹੇ, ਅੱਜ ਬੰਦਾ ਦੁਖੀ ਕਿਉਂ ਹੈ? ਉਹ ਇਸ ਕਰਕੇ ਨਹੀਂ ਦੁਖੀ ਵੀ ਮੇਰੇ ਕੋਲ ਘੱਟ ਪ੍ਰਾਪਰਟੀ, ਉਹ ਇਸ ਕਰਕੇ ਦੁਖੀ ਹੈ ਵੀ ਗਵਾਂਢੀ ਕੋ ਜ਼ਿਆਦੀ ਕਿਉਂ ਹੈ, ਇਹ ਗੱਡੀ ਲੈ ਕੇ ਕਿਉਂ ਨਿਕਲਦਾ ਹੈ, ਮੇਰੇ ਕੋਲ ਤੇ ਮੋਟਰਸਾਈਕਲ ਹੈ। ਪਰ ਮਹਾਰਾਜ ਕਹਿੰਦੇ ਜੇ ਜੀਵਨ ਨੂੰ ਸੁਖੀ ਕਰਨਾ ਹੀ ਤਾਂ ਤੇ ਫਿਰ ਇੱਕ ਕੰਮ ਕਰ, ਕਿਸੇ ਦਾ ਬੁਰਾ ਨਾ ਕਰੀ, ਨਾ ਅੱਖਾਂ ਰਾਹੀਂ, ਨਾ ਕੰਨਾਂ ਰਾਹੀਂ, ਨਾ ਰਸਨਾ ਰਾਹੀਂ। ਤੇ ਮਹਾਰਾਜ ਨੇ ਬਾਣੀ 'ਚ ਸਮਝਾਇਆ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਇਸ ਕਰਕੇ ਮਹਾਰਾਜ ਕਹਿੰਦੇ ਜ਼ਿੰਦਗੀ 'ਚ ਸੁੱਖ ਆ ਜਾਣਗੇ, ਸਹਿਜ ਆ ਜਾਵੇਗਾ ਤੇ ਜ਼ਿੰਦਗੀ ਆਨੰਦਮਈ ਬਣ ਜਾਵੇਗੀ। ਕਦੋਂ? ਜਦੋਂ ਅਸੀਂ ਗੁਰੂ ਨਾਲ ਜੁੜ ਜਾਵਾਂਗੇ। ਇਹ ਅੱਜ ਦਾ ਪਾਵਨ ਪਵਿੱਤਰ ਸ਼ਬਦ ਹੈ। ਇੱਕ ਜ਼ਰੂਰੀ ਬੇਨਤੀ ਮੈਂ ਅਖੀਰ ਤੇ ਆਪ ਸੰਗਤ ਦੇ ਚਰਨਾਂ 'ਚ ਕਰਨਾ ਚਾਹੁੰਦਾ। 75 ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ
ਕੱਲ ਨੂੰ ਯਾਨੀ ਕਿ 16 ਅਗਸਤ ਨੂੰ ਅਰਦਾਸ ਸਮਾਗਮ ਰੱਖਿਆ ਗਿਆ ਹੈ ਸਵੇਰੇ 9 ਵਜੇ। ਇਹ ਕਿਹਨਾਂ ਦੀ ਯਾਦ ਵਿੱਚ ਹੈ? ਜਿਹੜੇ 10 ਲੱਖ ਸਾਡੇ ਭਰਾ ਦੇਸ਼ ਦੀ ਵੰਡ ਸਮੇਂ ਸਾਧ ਸੰਗਤ ਜੀ ਮਾਰੇ ਗਏ, 4 ਲੱਖ ਸਾਡੀਆਂ ਬੀਬੀਆਂ ਤੇ ਭੈਣਾਂ ਜਿਨ੍ਹਾਂ ਨੇ ਆਪਣੀ ਇੱਜ਼ਤ ਨੂੰ ਦਾਗਦਾਰ ਨਹੀਂ ਹੋਣ ਦਿੱਤਾ, ਤੇ ਕਈਆਂ ਭਰਾਵਾਂ ਨੂੰ ਆਪਣੀਆਂ ਭੈਣਾਂ ਮਾਰਨੀਆਂ ਪਈਆਂ। ਜਿਵੇਂ ਮੈਂ ਸਨਮੁਖ ਸਿੰਘ ਦੀ ਗੱਲ ਕੀਤੀ, ਮੈਂ ਤੇ ਇੱਕ ਦੀ ਗੱਲ ਕੀਤੀ, ਪੈਰ ਪੈਰ ਤੇ ਸਨਮੁਖ ਸਿੰਘ ਮਿਲਣਗੇ। ਤੇ ਸਾਧ ਸੰਗਤ ਉਹਨਾਂ ਭੈਣਾਂ, ਮਾਵਾਂ, ਬੱਚੇ, ਬਜ਼ੁਰਗਾਂ ਦੀ ਯਾਦ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹਿਲੀ ਵਾਰ ਇਹ ਅਰਦਾਸ ਸਮਾਗਮ ਹੋਣ ਲੱਗਾ ਹੈ। ਤੇ ਪੰਥ ਨੇ ਰਲ ਕੇ ਮਾਨਯੋਗ ਸਿੰਘ ਸਾਹਿਬ ਜੀ ਦੀ ਅਗਵਾਈ ਵਿੱਚ ਅਰਦਾਸ ਸਮਾਗਮ ਦੇ ਵਿੱਚ ਹਾਜ਼ਰੀ ਭਰਨ ਵਾਸਤੇ ਪਹੁੰਚਣਾ ਹੈ। ਆਪ ਸੰਗਤਾਂ ਦੇ ਚਰਨਾਂ ਵਿੱਚ ਵੀ ਬੇਨਤੀ, ਜਿੱਥੇ ਜਿੱਥੇ ਤੁਸੀਂ ਸਰਵਣ ਕਰ ਰਹੇ ਹੋ, ਅੱਜ ਜਦੋਂ ਮਿਲਦੇ ਆ ਨਾ ਭਰਾ ਵਿਛੜੇ ਕਰਤਾਰਪੁਰ ਸਾਹਿਬ, ਤੇ ਵੀਡੀਓ ਵੇਖ ਕੇ ਅੱਖਾਂ 'ਚੋਂ ਹੰਝੂ ਆ ਜਾਂਦੇ ਆ ਕਿ ਵੇਖੋ ਅੱਜ ਵੀ ਜਦੋਂ ਕਿ ਇੰਨੀ ਤਰੱਕੀ ਹੋ ਗਈ ਕਿ ਬੰਦਾ ਜਿੱਥੇ ਮਰਜ਼ੀ ਜਾ ਸਕਦਾ ਹੈ, ਪਰ ਸਾਧ ਸੰਗਤ ਅੱਜ ਇੱਥੋਂ ਥੋੜੀ ਦੂਰ ਜਿੱਥੇ ਇਹ ਲੈਣ ਦੀ ਬੰਦਿਸ਼ ਹੈ, ਅਸੀਂ ਉਹਦੇ ਤੋਂ ਪਾਰ ਆਪਣੇ ਗੁਰਧਾਮਾਂ ਦੇ ਦਰਸ਼ਨ ਨਹੀਂ ਕਰ ਸਕਦੇ ਖੁੱਲੇ। ਇਸ ਕਰਕੇ ਇਹ ਜਿਹੜਾ ਸਾਡਾ ਉਜਾੜਾ ਹੋਇਆ, ਉਹਦੇ ਸਬੰਧ ਵਿੱਚ ਸਾਧ ਸੰਗਤ ਤੇ ਅਰਦਾਸ ਸਮਾਗਮ ਰੱਖਿਆ ਗਿਆ ਹੈ। ਤੇ ਮੈਂ ਬੇਨਤੀ ਕਰਾਂਗਾ ਸਾਰੀ ਸੰਗਤ ਨੇ ਵੱਧ ਚੜ ਕੇ ਪਹੁੰਚਣ ਦਾ ਯਤਨ ਕਰਨਾ। ਸੱਚੇ ਪਾਤਸ਼ਾਹ ਕਿਰਪਾ ਕਰਨ, ਅੱਜ ਦੇ ਦਿਨ ਤੇ ਅਰਦਾਸ ਕਰੀਏ। ਠੀਕ ਹੈ, ਭਾਰਤ ਵਰਸ਼ ਆਜ਼ਾਦੀ ਦਾ ਦਿਨ ਮਨਾ ਰਿਹਾ ਹੈ, ਅਸੀਂ ਗੁਰੂ ਦੇ ਨਿਮਾਣੇ ਸਿੱਖ ਆਪਣੇ ਪਾਤਸ਼ਾਹ ਅੱਗੇ ਅਰਦਾਸ ਕਰੀਏ, ਮਹਾਰਾਜ ਇਹ ਵਾਗੇ ਦੀ ਲਕੀਰ ਖਤਮ ਹੋਵੇ। ਸਿੱਖ ਜਿਹੜੇ ਨੇ ਉਹ ਆਪਣੀ ਗੁਰਧਾਮਾਂ ਦੀ ਸੇਵਾ ਸੰਭਾਲ ਕਰਨ, ਭਰਾਵਾਂ ਨੂੰ ਜਾ ਕੇ ਮਿਲਣ, ਤੇ ਸਤਿਕਾਰਯੋਗ ਸਾਧ ਸੰਗਤ ਕਾਰੋਬਾਰ ਦੇ ਵਿੱਚ ਵੀ ਵਾਧਾ ਹੋਵੇ। ਕੀ ਨਹੀਂ ਹੋ ਸਕਦਾ ਜੇ ਸਮੇਂ ਦੀਆਂ ਸਰਕਾਰਾਂ ਨੇ ਕਰਨਾ ਹੋਵੇ? ਸਭ ਕੁਝ ਹੋ ਸਕਦਾ ਹੈ। ਲੋੜ ਹੈ ਬਸ ਨਫ਼ਰਤ ਨੂੰ ਛੱਡਣ ਦੀ, ਈਰਖਾ ਤੇ ਦਵੈਸ਼ ਭਾਵਨਾ ਨੂੰ ਛੱਡਣ ਦੀ। ਅਰਦਾਸ ਕਰੀਏ ਮਹਾਰਾਜ ਅਸੀਂ ਵੀ ਆਜ਼ਾਦੀ ਦਾ ਨਿੱਘ ਲੈ ਸਕੀਏ। 27 ਤੇ 32 ਸਾਲਾਂ ਤੋਂ ਜਿਹੜੇ ਸਾਡੇ ਭਰਾ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਨੇ, ਕਿਰਪਾ ਕਰੋ ਮਹਾਰਾਜ ਉਹ ਵੀ ਆਜ਼ਾਦੀ ਦਾ ਨਿੱਘ ਲੈ ਸਕਣ, ਉਹ ਵੀ ਕਹਿ ਸਕਣ ਵੀ ਅਸੀਂ ਇਸ ਆਜ਼ਾਦ ਭਾਰਤ ਦੇ ਵਿੱਚ ਜੰਮੇ ਆ। ਇਹ ਬੇਨਤੀ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਸਾਡੀ ਪ੍ਰਵਾਨ ਕਰ ਲੈਣ। ਸਾਰੀ ਸੰਗਤ ਦਾ ਰੋਮ ਰੋਮ ਕਰਕੇ ਧੰਨਵਾਦ। ਮੇਰੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਜਿਹੜੇ ਬੜੇ ਪਿਆਰ ਨਾਲ ਆਵਾਜ਼ ਦੇ ਕੇ ਆਪ ਸੰਗਤ ਦੇ ਦਰਸ਼ਨ ਦੀਦਾਰ ਕਰਵਾ ਦਿੰਦੇ ਨੇ, ਮੈਂ ਸਿੰਘ ਸਾਹਿਬ ਜੀ ਦਾ ਧੰਨਵਾਦੀ ਹਾਂ। ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦੀ ਹਾਂ। ਔਰ ਸਾਧ ਸੰਗਤ ਭਾਈ ਸਾਹਿਬ ਜਿਨ੍ਹਾਂ ਨੇ ਬੜੇ ਪਿਆਰ ਨਾਲ ਆਪ ਜੀ ਨੂੰ ਗੁਰੂ ਕੀ ਪਾਵਨ ਬਾਣੀ ਦਾ ਪਾਠ ਸਰਵਣ ਕਰਾਇਆ, ਇਹਨਾਂ ਦਾ ਧੰਨਵਾਦ। ਆਓ ਸ਼ਬਦ ਦੀਆਂ ਆਖਰੀ 2 ਪੰਕਤੀਆਂ ਪੜ੍ਹ ਕੇ ਤੇ ਫਿਰ ਆਪਾਂ ਸਮਾਪਤੀ ਕਰਾਂਗੇ ਜੀ। ਹਰ ਹਰ ਨਾਮ ਅਪਾਰ ਅਮੁੱਲਾ, ਅੰਮ੍ਰਿਤ ਏਕ ਨਿਧਾਨਾ, ਸੁਖ ਸਹਿਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ। ਵਾਹਿਗੁਰੂ ਜੀ ਕਾ ਖਾਲਸਾ।